ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਕਰੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਅਧਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਐਸੋ ਪੂਰੋ ਨਹਿ ਭਇਓ ਤੁਰਕਨ ਆਮਦ ਜਾਨ ਡੰਗੋ ਬੰਗੋ ਭੀ ਭਇਓ ਪਹੁੰਚਿਓ ਸਮੋ ਸੋ ਆਨ ਐਸੋ ਪੂਰੋ ਨਹਿ ਭਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸੰਧਿਆ ਦੇ ਸਮੇਂ ਦੀਵਾਨਾਂ 'ਚ ਆਪ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਸਾਹਿਬ ਜੀ ਦੇ ਹਜ਼ੂਰ ਹਾਜ਼ਰੀ ਭਰ ਕੇ ਦਰਸ਼ਨ ਦਿਦਾਰੇ ਸੇਵਾ ਕਰਕੇ ਜੀਵਨ ਸਫਲ ਬਣਾ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਚ ਪ੍ਰਕਾਸ਼ ਸ੍ਰੀ ਗੁਰਪੰਚ ਪ੍ਰਕਾਸ਼ ਦੇ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਆਪਾਂ ਸਾਖੀ ਸੁਣੀ ਹੈ ਵੀ ਕਿਵੇਂ ਭਾਈ ਮਨੀ ਸਿੰਘ ਜੀ ਨੇ ਉਦਮ ਕੀਤਾ ਵੀ ਯਤਨ ਕਰਕੇ ਦੀਵਾਲੀ ਦਾ ਜੋੜ ਮੇਲਾ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾਵੇ, ਕਿਉਂਕਿ ਹੁਣ ਸਮਾਂ ਨੇੜੇ ਆਇਆ ਸੀ ਜਦੋਂ ਭਾਈ ਮਨੀ ਸਿੰਘ ਜੀ ਨੇ 5 ਗ੍ਰੰਥੀ ਪੋਥੀ 22 12 ਭਗਤ ਬਾਣੀ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਇੱਕ ਜਗ੍ਹਾ, ਦੂਜੇ ਤੀਜੇ ਚੌਥੇ ਸਤਿਗੁਰਾਂ ਦੀ ਬਾਣੀ, ਵੱਖੋ ਵੱਖਰੀਆਂ ਪੋਥੀਆਂ ਜਦੋਂ ਬਣਾਈਆਂ ਖਾਲਸੇ ਨੂੰ ਇਹ ਗੱਲ ਨਹੀਂ ਚੰਗੀ ਲੱਗੀ। ਭਾਈ ਮਨੀ ਸਿੰਘ ਜੀ ਨੇ ਤੇ ਸਿੰਘਾਂ ਦਾ ਭਲਾ ਹੀ ਸੋਚਿਆ ਸੀ, ਪਰ ਜਿਹੜੇ ਸਿੰਘ ਸਨ ਉਹ ਚਾਹੁੰਦੇ ਸੀ ਵੀ ਜਿੱਦਾਂ ਮਹਾਰਾਜ ਨੇ ਲਿਖਿਆ ਉਹ 'ਚ ਫਰਕ ਨਾ ਕੋਈ ਪਵੇ। ਅੱਖਰਾਂ 'ਚ ਤੇ ਫਰਕ ਨਹੀਂ ਭਾਵੇਂ ਪਾਇਆ, ਪਰ ਸਰੂਪ ਜੁਦਾ ਹੋਣ ਕਰਕੇ ਇਹ ਬਚਨ ਸੰਗਤ ਨੇ ਕਰ ਦਿੱਤਾ। ਪੰਥ ਨੇ ਭਾਈ ਮਨੀ ਸਿੰਘ ਜੀ, ਜਿਵੇਂ ਤੁਸੀਂ ਮਹਾਰਾਜ ਦੀ ਬੀੜ ਖੋਲੀ ਹੈ ਤਾਂ ਤੁਹਾਡੇ ਸਰੀਰ ਦੇ ਅੰਗ ਖੁੱਲਣਗੇ, ਅਲੱਗਾ ਹੋਣਗੇ। ਜਦੋਂ ਭਾਈ ਮਨੀ ਸਿੰਘ ਜੀ ਨੂੰ ਇਹ ਗੱਲ ਪਤਾ ਲੱਗੀ, ਸਿੰਘਾਂ ਦੇ ਅੱਗੇ ਆ ਕੇ ਦੋਏ ਹੱਥ ਜੋੜ ਲਏ, ਭਾਵੇਂ ਕਿ ਉਸ ਵੇਲੇ ਮੁਖੀ ਸਿੰਘਾਂ ਦੇ ਵਿੱਚ ਹਨ, ਪਰ ਨਿਮਰਤਾ ਕੈਸੀ ਹੈ। ਕਹਿੰਦੇ ਸੰਗਤ ਜੀ ਗੁਰੂ ਸੰਗਤ ਦੇ ਵਿੱਚ ਹੈ ਤੇ ਸੰਗਤ ਜਿਹੜੀ ਇਹੀ ਗੁਰੂ ਰੂਪ ਹੈ।
ਤੇ ਜੋ ਤੁਸੀਂ ਬਚਨ ਕੀਤਾ ਹੈ ਵੀ ਬੰਦ ਕੱਟਿਆ ਜਾਵੇ, ਕਹਿੰਦੇ ਮੈਨੂੰ ਪ੍ਰਵਾਨ ਹੈ। ਪਰ ਇੰਨੀ ਮੇਰੀ ਇੱਕ ਅਰਦਾਸ ਕਰ ਦਿਓ ਵੀ ਜਿਹੜਾ ਮੇਰਾ ਬੰਦ ਜਦੋਂ ਕੱਟਿਆ ਜਾਵੇ, ਮੇਰੀ ਸਿੱਖੀ ਸਾਬਤ ਰਹੇ ਆਖਰੀ ਸਾਹਾਂ ਤੀਕਰ। ਕਿਉਂਕਿ ਦੇਹ ਦਾ ਕੀ ਹੈ, ਇਹ ਤੇ ਕਹਿੰਦੇ ਵੀ ਇਹਨੇ ਤੇ ਖਤਮ ਹੋਣਾ ਹੀ ਹੈ, ਦੇਹਾਂ ਦੇ ਨਾਸਵੰਤੀ ਨੇ, ਪਰ ਸਿੱਖੀ ਨਹੀਂ ਲੱਭਦੀ। ਸਿੱਖੀ ਸਾਬਤ ਰਹੇ। ਤੇ ਦੂਸਰੀ ਬੇਨਤੀ ਇਹ ਕਰਦੇ ਹੋ, ਅਰਦਾਸ ਇਹ ਕਰਦੇ ਹੋ ਵੀ ਜਿਹੜਾ ਮੇਰਾ ਸਿਰ ਹੈ ਇਹ ਤੁਰਕਾਂ ਦੇ ਸਿਰ ਲੱਗੇ, ਭਾਵ ਵੀ ਤੁਰਕਾਂ ਦੇ ਸਿਰ ਤੇ ਮੇਰੀ ਸ਼ਹੀਦੀ ਆਵੇ, ਹੋਰ ਕੋਈ ਕਾਰਨ ਨਾ ਬਣੇ। ਪੰਥ ਨੇ ਭਾਈ ਸਾਹਿਬ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਅੱਗੇ ਅਰਦਾਸ ਕੀਤੀ, ਅਕਾਲ ਬੁੰਗੇ ਦੇ ਸਾਹਮਣੇ ਖਲੋ ਕੇ ਵੀ ਹੇ ਮਹਾਰਾਜ, ਤੁਹਾਡਾ ਸਿੱਖ ਭਾਈ ਮਨੀ ਸਿੰਘ ਇਹ ਅਰਦਾਸ ਕਰਾਉਂਦਾ ਹੈ ਸੰਗਤ ਦੇ ਕੋਲੋਂ ਵੀ ਭਾਵੇਂ ਬੰਦ ਕੱਟਿਆ ਜਾਵੇ, ਪਰ ਮੈਂ ਸਿੱਖੀ ਸਿਦਕ ਤੋਂ ਡੋਲਾ ਨਾਮ, ਤੇ ਮੇਰਾ ਸਿਰ ਤੁਰਕਾਂ ਦੇ ਸਿਰ ਤੇ ਲੱਗੇ। ਇਹ ਅਰਦਾਸ ਕਰਤੀ। ਭਾਈ ਮਨੀ ਸਿੰਘ ਬੜੇ ਹੀ ਆਨੰਦ ਦੇ ਵਿੱਚ ਆਏ। ਇਹ ਵੀ ਕਹਿ ਸਕਦੇ ਸੀ ਵੀ ਸੰਗਤ ਜੀ ਬੰਦ ਨਾ ਕੱਟਿਆ ਜਾਵੇ ਤੇ ਇਹ ਅਰਦਾਸ ਕਰੋ, ਪਰ ਨਹੀਂ, ਬੰਦ ਕੱਟਣਾ ਪ੍ਰਵਾਨ ਕਰ ਲਿਆ। ਸਿੱਖੀ ਸਾਬਤ ਰਹੇ। ਬਸ ਅਰਦਾਸ ਇਹ ਕਰਾਈ ਵੀ ਮੈਂ ਹਾਏ ਵੀ ਨਾ ਕਰਾਂ, ਜੇ ਮੈਂ ਹਾਏ ਵੀ ਕਰਤੀ ਤੇ ਮੇਰੀ ਸਿੱਖੀ 'ਚ ਭੰਗ ਆ ਜਾਏਗਾ। ਇਹ ਅਰਦਾਸ ਕਰਾਈ ਹੈ ਭਾਈ ਸਾਹਿਬ ਜੀ ਨੇ। ਸਮਾਂ ਕੁਝ ਲੰਘਿਆ ਬੀਤਿਆ, ਸਰਕਾਰ ਦੇ ਨਾਲ ਲਾਹੌਰ ਦਰਬਾਰ ਨਾਲ ਗੱਲ ਕੀਤੀ। ਵਿੱਚ ਕੁਝ ਸਰਕਾਰੀ ਨੌਕਰ ਸਨ ਸਿੱਖ, ਉਹਨਾਂ ਨੂੰ ਵਿੱਚ ਪਾ ਕੇ ਵੀ ਦੀਵਾਲੀ ਦੇ ਅਸੀਂ ਜੋੜ ਮੇਲਾ ਕਰਨਾ ਹੈ। ਉਹਨਾਂ ਨੇ ਸਹਿਮਤੀ ਦੇ ਦਿੱਤੀ ਵੀ 10 ਦਿਨ ਮੇਲਾ ਲਾ ਲਓ, 10,000 ਟਕਾ ਦੇਵਾਂਗੇ। ਭਾਈ ਮਨੀ ਸਿੰਘ ਜੀ ਨੇ ਹਾਮੀ ਭਰਤੀ, ਹੁਕਮਨਾਮੇ ਚਲੇ ਗਏ। ਸਿੰਘ ਜੰਗਲਾਂ 'ਚੋਂ ਨਿਕਲ ਕੇ ਆਉਣ ਲੱਗ ਪਏ। ਸਮੁੱਚਾ ਪੰਥ ਆ ਗਿਆ, ਬੁੱਢਾ ਦਲ, ਤਰਨੇ ਦਲ ਦੇ ਜਥੇ ਆ ਗਏ, ਸੰਗਤ ਵੀ ਆਉਣ ਲੱਗ ਪਈ ਨਗਰਾਂ 'ਚੋਂ। ਤੇ ਉਧਰੋਂ ਲੱਖੂ ਜਿਹੜਾ ਲਖਪਤ ਰਾਏ ਸੀ, ਇਹਦੀ ਅਗਵਾਈ ਵਿੱਚ ਜਕਰੀਏ ਨੇ ਹਜ਼ਾਰਾਂ ਹੀ ਫੌਜ ਅੰਮ੍ਰਿਤਸਰ ਭੇਜਤੀ, ਕਈ ਹਜ਼ਾਰ ਗਿਣਤੀ ਦੇ ਵਿੱਚ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਇੰਨੀ ਫੌਜ ਕਿਉਂ? ਕਹਿੰਦੇ ਜੀ ਤੁਹਾਡੀ ਇੱਥੇ ਕੋਈ ਝਗੜਾ ਨਾ ਹੋਵੇ ਤਾਂ ਫੌਜਾਂ ਭੇਜੀਆਂ ਨੇ। ਭਾਈ ਮਨੀ ਸਿੰਘ ਜੀ ਸਮਝ ਗਏ ਵੀ ਇਹ ਸਰਕਾਰ ਦਗਾ ਕਰੇਗੀ, ਕਿਉਂਕਿ ਮੀਟਿੰਗ ਹੋ ਗਈ ਸੀ ਲਾਹੌਰ ਵੀ ਇੱਥੇ ਜਿੰਨੇ ਵੀ ਜਥੇਦਾਰ ਆਉਣਗੇ ਸਿੰਘਾਂ ਦੇ ਸਾਰੇ ਫੜ ਕੇ ਆਪਾਂ ਮਾਰ ਦਈਏ ਤੇ ਮਗਰੋਂ ਫਿਰ ਸਿੰਘ ਸਾਡੇ ਅੱਗੇ ਲੜਨ ਜੋਗੇ ਨਹੀਂ ਰਹਿਣਗੇ। ਜਿਉਂ ਪਤਾ ਲੱਗਾ ਭਾਈ ਮਨੀ ਸਿੰਘ ਜੀ ਨੇ ਸੁਨੇਹ ਭੇਜ ਕੇ ਕੁਝ ਸਿੰਘ ਰਾਹ 'ਚੋਂ ਹੀ ਵਾਪਸ ਮੋੜਤੇ। ਜਿਹੜੇ ਅਕਾਲ ਬੁੰਗੇ ਆ ਕੇ ਬੈਠੇ ਸਨ ਉਹਨਾਂ ਨੂੰ ਵੀ ਕਿਹਾ ਵੀ ਛੇਤੀ ਇੱਥੋਂ ਚਲੇ ਜਾਓ। ਅੰਮ੍ਰਿਤਸਰ ਆਏ ਸਿੰਘ ਵੀ ਵਾਪਸ ਭੇਜਤੇ। ਕਈਆਂ ਨੇ ਇਸ਼ਨਾਨ ਕੀਤਾ, ਕਈ ਇਸ਼ਨਾਨ ਕੀਤੇ ਤੋਂ ਬਗੈਰ ਪਿਛਾਂਹ ਮੁੜ ਗਏ। ਸੰਗਤ ਵੀ ਨਾ ਆਈ, ਮੇਲਾ ਵੀ ਨਾ ਲੱਗਿਆ। ਕਹਿੰਦੇ ਵੀ ਇਹ ਹੋਣ ਵਾਲੀ ਗੱਲ ਸੀ ਜਿਹੜੀ ਸੰਗਤ ਨੇ ਕਹੀ, ਉਹ ਮਾਨੋ ਵੀ ਬੰਦ ਕੱਟੇ ਜਾਣ ਦਾ ਸਮਾਂ ਨੇੜੇ ਆਇਆ। ਜਿਹੜੀ ਭਾਈ ਸਾਹਿਬ ਨੇ ਅਰਦਾਸ ਕਰਾਈ ਮੇਰਾ ਸਿਰ ਤੁਰਕਾਂ ਦੇ ਸਿਰ ਤੇ ਲੱਗੇ, ਉਹ ਸਮਾਂ ਨੇੜੇ ਆ ਗਿਆ ਹੈ। ਜਿਵੇਂ ਹੁਣ ਤੁਰਕ ਨਾਲੇ ਜਿਵੇਂ ਕਹਿੰਦੇ ਨਾ ਚੋਰ ਤੇ ਨਾਲੇ ਚਤੁਰ, ਨਾਲੇ ਹਜ਼ਾਰਾਂ ਦੀ ਗਿਣਤੀ 'ਚ ਫੌਜ ਅੰਮ੍ਰਿਤਸਰ ਭੇਜਦੀ, ਮੇਲਾ ਨਹੀਂ ਲੱਗਣ ਦਿੱਤਾ, ਬੇਈਮਾਨੀ ਕੀਤੀ ਤੇ ਨਾਲੇ ਭਾਈ ਸਾਹਿਬ ਕੋ ਧੱਕੇ ਨਾਲ ਪੈਸੇ ਮੰਗਦੇ ਹੈ। ਪਰ ਭਾਈ ਮਨੀ ਸਿੰਘ ਨੇ ਜਿਵੇਂ ਇਨਕਾਰ ਕਰ ਦਿੱਤਾ। ਜਿਵੇਂ ਬੰਦ ਕੱਟਣ ਦਾ ਹੀ ਫਤਵਾ ਜਾਰੀ ਹੋਇਆ, ਬੜੇ ਸਿਦਕ ਦੇ ਨਾਲ ਆਖਰੀ ਸਾਹਾਂ ਤੀਕਰ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਹੋਇਆਂ ਪੰਥ ਦੇ ਮਹਾਨ ਵਿਦਵਾਨ ਗੁਰਸਿੱਖ ਭਾਈ ਮਨੀ ਸਿੰਘ ਸਾਹਿਬ, ਜਿਨ੍ਹਾਂ ਦੇ ਨਾਮ ਤੇ ਗਿਆਨੀਆਂ ਦੀ ਟਕਸਾਲ ਚੱਲਦੀ ਹੈ ਅੱਜ ਤੱਕ। ਅੰਮ੍ਰਿਤਸਰ ਸੱਤੋ ਵਾਲੀ ਗਲੀ ਹੈ, ਉਹਦੇ ਵਿੱਚ ਭਾਈ ਮਨੀ ਸਿੰਘ ਦੀ ਟਕਸਾਲ ਚੱਲਦੀ ਹੈ। ਬੜੇ ਵੱਡੇ ਗਿਆਨੀ ਹੋਏ। ਸੰਤ ਕਿਰਪਾਲ ਸਿੰਘ ਜੀ ਇੱਕ ਗਿਆਨੀ ਹੋਏ ਭਾਈ ਮਨੀ ਸਿੰਘ ਦੀ ਟਕਸਾਲ ਦੇ ਵਿੱਚੋਂ, ਜਿਨ੍ਹਾਂ ਨੇ 60 ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਾ ਭੋਗ ਮੰਜੀ ਸਾਹਿਬ ਪਾਇਆ। ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕਥਾ ਭਾਈ ਮਨੀ ਸਿੰਘ ਦੀ ਟਕਸਾਲ ਦੇ ਗਿਆਨੀ ਹੀ ਕਰਦੇ ਹੁੰਦੇ ਸੀ। ਸਦਾ ਇਹਦਾ ਮਰਿਆਦਾ ਤੁਰੀ ਆਈ ਲੰਮਾ ਸਮਾਂ। ਬਾਬਾ ਦੀਪ ਸਿੰਘ ਸਾਹਿਬ, ਇਹ ਵੀ ਭਾਈ ਮਨੀ ਸਿੰਘ ਜੀ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਸੀ।
ਬਾਬਾ ਦੀਪ ਸਿੰਘ ਵਾਲੀ ਜਿਹੜੀ ਟਕਸਾਲ ਹੈ, ਕਹਿ ਸਕਦੇ ਹੈ ਵੀ ਇਹ ਵੀ ਭਾਈ ਮਨੀ ਸਿੰਘ ਦੀ ਵਿਦਿਆ ਦੇ ਰਾਹੀਂ ਅੱਗੇ ਪ੍ਰਗਟ ਹੋਏ। ਅਰਥ ਭਾਵੇਂ 10ਵੇਂ ਪਾਤਸ਼ਾਹ ਕੋ ਪੜ੍ਹੇ ਸਨ, ਤੇ ਜਿੰਨੇ ਵੀ ਮਸ਼ੀਨਰੀ ਕਾਲਜ ਨੇ ਜਾਂ ਹੋਰ ਯੂਨੀਵਰਸਿਟੀਆਂ 'ਚ ਗੁਰਮਤਿ ਪ੍ਰੋਫੈਸਰ ਨੇ, ਉਹਨਾਂ ਸਾਰਿਆਂ ਦੀ ਜਿਹੜੀ ਪ੍ਰਣਾਲੀ ਆ ਉਹ ਭਾਈ ਮਨੀ ਸਿੰਘ ਨਾਲ ਜਾ ਕੇ ਜੁੜਦੀ ਆ। ਜਿੰਨੇ ਮਰਜ਼ੀ ਪੰਥ ਦੇ ਵਿੱਚ ਹੁਣ ਵਿਦਵਾਨ ਨੇ, ਪਰ ਜਦੋਂ ਪਿੱਛੇ ਤੋਂ ਤੁਰੇ ਜਾਣਗੇ ਤੇ ਅਖੀਰ ਸਿਰਾ ਜਿਹੜਾ ਹੈ ਨਾ ਉਹ ਭਾਈ ਮਨੀ ਸਿੰਘ ਤੇ ਆਉਂਦਾ ਹੈ। ਤੇ ਭਾਈ ਮਨੀ ਸਿੰਘ ਤੋਂ ਗੁਰੂ ਕਲਗੀਧਰ ਤੇ ਆਉਂਦਾ। 10ਵੇਂ ਪਾਤਸ਼ਾਹ ਕੋ ਉਹ ਪੜ੍ਹੇ ਤੇ ਉਹ ਤੋਂ ਅੱਗੇ ਅਨੇਕਾਂ ਸਿੱਖ ਪੜ੍ਹੇ। ਐਸੇ ਮਹਾਨ ਵਿਦਵਾਨ, ਕਰਨੀ ਕਥਨੀ ਕਹਿਣੀ ਸੇਵਾ ਦੇ ਸੂਰੇ, ਪੰਥ ਦੇ ਹਮਦਰਦ, ਸਿੱਖੀ ਦੇ ਪ੍ਰਚਾਰਕ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹੀਦੀ ਦੀ ਕਥਾ ਸਰਵਣ ਕਰਨ ਦੇ ਲਈ ਇਕਾਗਰਤਾ ਬਖਸ਼ੋ। ਸਾਰੀ ਸੰਗਤ ਦੀ ਹਾਜ਼ਰੀ ਲਵਾਓ, ਰਸਨਾ ਕਰੋ ਪਵਿੱਤਰ। ਆਪਣੇ ਧਿਆਨ ਦੇ ਵਿੱਚ ਚੇਤਾ ਕਰੋ ਜੋ ਅਰਦਾਸ ਵਿੱਚ ਕਿਹਾ ਹੈ ਵੀ ਜਿਨ੍ਹਾਂ ਬੰਦ ਕਟਾਏ ਉਹ ਭਾਈ ਮਨੀ ਸਿੰਘ ਦਾ ਧਿਆਨ ਧਾਰੋ। ਗੁਰੂ ਕੇ ਸਿੱਖ ਦਾ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈਸੋ ਪੂਰੋ ਰਹਿ ਭਇਓ ਤੁਰਕਨ ਆਮਦ ਜਾਨ। ਜਦੋਂ ਦੀਵਾਲੀ ਦਾ ਜੋੜ ਮੇਲਾ ਅੰਮ੍ਰਿਤਸਰ ਸਾਹਿਬ ਲੱਗਾ ਹੀ ਨਾ, ਤੇ ਪੈਸੇ ਕਿੱਥੋਂ ਹੋਣੇ ਸੀ? ਚੜਾਵਾ ਚੜਦਾ ਤੇ ਮਾਇਆ ਭਾਈ ਮਨੀ ਸਿੰਘ ਨੇ ਦੇ ਦੇਣੀ ਸੀ। ਕਹਿੰਦੇ ਵੀ ਜਦੋਂ ਤੁਰਕ ਫੌਜਾਂ ਆਈਆਂ ਵੇਖੀਆਂ ਤੇ ਸਿੰਘ ਰਾਹ ਚੋਂ ਮੋੜ ਤੇ ਭਾਈ ਸਾਹਿਬ ਨੇ ਜਿਹੜੇ ਅੰਮ੍ਰਿਤਸਰ ਆਏ ਸੀ ਉਹ ਵੀ ਵਾਪਸ ਭੇਜ ਦਿੱਤੇ। ਜਿਸ ਕਰਕੇ ਆਮ ਸੰਗਤ ਵੀ ਨਾ ਆਈ ਵੀ ਜੇ ਸਿੰਘ ਨਹੀਂ ਆ ਰਹੇ ਸ਼ਸਤਰਧਾਰੀ ਤੇ ਅਸੀਂ ਕੀ ਕਰਨਾ। ਕਿਉਂਕਿ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਸਰੋਵਰ 'ਚ ਇਸ਼ਨਾਨ ਕਰਨ ਦੇ ਲਈ ਵੀ ਸਿੰਘਾਂ ਨੂੰ ਸ਼ਹੀਦੀਆਂ ਦੇਣੀਆਂ ਪੈਂਦੀਆਂ ਸਨ। ਅੱਜ ਤਾਂ ਅਸੀਂ ਚੰਗੇ ਭਲੇ ਸਾਡੇ ਹੱਡ ਨੇ ਤੇ ਅੰਮ੍ਰਿਤ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਨ ਦੀ ਸਾਡੀ ਭਾਵਨਾ ਬਹੁਤਿਆਂ ਦੀ ਮਰ ਗਈ ਹੈ। ਉਦੋਂ ਸਿੰਘ ਸ਼ਹੀਦੀਆਂ ਪਾ ਕੇ ਵੀ ਇਸ਼ਨਾਨ ਕਰਨ ਆਉਂਦੇ ਸੀ। ਜਿਵੇਂ ਹਰਿਮੰਦਰ ਸਾਹਿਬ ਜਾਓ ਤੇ ਉੱਪਰਲੀ ਮੰਜ਼ਿਲ ਤੇ ਜੋਤ ਜਗਦੀ ਹੈ। ਕਈ ਇਹੋ ਜਿਹੇ ਨਾਸਤਕ ਨਿੰਦਕ ਪੈਦਾ ਹੋ ਗਏ, ਉਹ ਉਸ ਜੋਤ ਨੂੰ ਬੁਝਾਉਣ ਦੇ ਲਈ ਯਤਨ ਕਰਦੇ, ਕਹਿੰਦੇ ਜੋਤ ਕੱਲ੍ਹ ਹੀ ਬਲਦੀ ਹੈ। ਉਹਨਾਂ ਇਤਿਹਾਸ ਨਹੀਂ ਪੜ੍ਹਿਆ ਵੀ ਹਰਿਮੰਦਰ ਸਾਹਿਬ ਦੀ ਜੋਤ ਤੁਰਕ ਕਹਿੰਦੇ ਸੀ ਅਸੀਂ ਜਗਣ ਨਹੀਂ ਦੇਣੀ, ਤੇ ਸਿੰਘ ਰਾਤ ਬਰਾਤੇ ਆ ਕੇ ਜੋਤ ਜਗਾ ਜਾਂਦੇ ਸੀ। ਕਹਿੰਦੇ ਭਾਵੇਂ ਸਾਨੂੰ ਘਿਓ ਦੇ ਤੇਲ ਦੇ ਥਾਂ ਤੇ ਆਪਣਾ ਲਹੂ ਪਾਉਣਾ ਪਵੇ, ਅਸੀਂ ਮਹਾਰਾਜ ਦੇ ਦਰਬਾਰ ਤੇ ਦੀਵਾ ਜੋਤ ਬੁਝਣ ਨਹੀਂ ਦੇਣੀ। ਇਤਿਹਾਸ ਹੈ, ਸਿੰਘ ਆਉਂਦੇ ਰਹੇ ਰਾਤ ਬਰਾਤੇ ਸਰੋਵਰ ਥਾਣੀ ਤੈਰ ਕੇ ਤੇ ਅੰਦਰ ਆ ਕੇ ਜੋਤ ਜਗਾ ਜਾਂਦੇ ਸੀ। ਤੁਰਕਾਂ ਨੂੰ ਪਤਾ ਲੱਗਦਾ ਤੇ ਉਹ ਫੜ ਕੇ ਸਿੰਘਾਂ ਨੂੰ ਸ਼ਹੀਦ ਕਰ ਦਿੰਦੇ ਸਨ। ਅੰਮ੍ਰਿਤਸਰ ਦੇ ਇਸ਼ਨਾਨ ਕਰਨ ਦੇ ਲਈ ਸਿੰਘਾਂ ਸ਼ਹੀਦੀਆਂ ਪਾਈਆਂ। ਹਰਿਮੰਦਰ ਸਾਹਿਬ ਵਿੱਚ ਜੋਤ ਜਗਦੀ ਰਹੇ, ਇਸ ਕਰਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਮਹਾਰਾਜ ਦੇ ਦਰ ਦੇ ਨਾਲ ਪਿਆਰ ਕਰਨ ਵਾਲੇ ਸਨ। ਪਰ ਜਦੋਂ ਹੁਣ ਪਤਾ ਲੱਗਾ ਏ ਵੀ ਦੀਵਾਲੀ ਦੇ ਮੇਲੇ ਤੇ ਤੁਰਕ ਫੜ ਕੇ ਸਿੰਘਾਂ ਨੂੰ ਖਤਮ ਕਰਨਾ ਚਾਹੁੰਦੇ ਨੇ, ਮੇਲਾ ਨਹੀਂ ਲੱਗਾ, ਮਾਇਆ ਨਹੀਂ ਆਈ ਤੇ ਜਿੰਨੇ ਟਕੇ ਦੇਣੇ ਸੀ ਉਹਨਾਂ ਮਾਮਲਾ ਨਾ ਹੋ ਸਕਿਆ। ਦੰਗੋ ਫੰਗੋ ਪਇਓ ਪਹੁੰਚਿਓ ਸਮੋ ਸੋ ਆਨ। ਤੇ ਕਹਿੰਦੇ ਫਿਰ ਦੰਗਾ ਫੰਗਾ ਵੀ ਹੋ ਗਿਆ। ਜਿਹੜੇ ਸਿੰਘ ਮੁੜ ਕੇ ਗਏ ਸੀ ਉਹਨਾਂ ਨੂੰ ਗੁੱਸਾ ਸੀ ਤੇ ਰਾਹ ਜਾਂਦੇ ਆ ਕਿਸੇ ਨਾ ਕਿਸੇ ਇਹਨਾਂ ਦੇ ਸਿਪਾਹੀ ਦਾ, ਕਿਸੇ ਦਰੋਗੇ, ਕਿਸੇ ਥਾਣੇਦਾਰ ਦਾ ਜਿਹੜਾ ਟੁੰਡੜ ਸੀ ਉਹ ਵੀ ਸਿੰਘ ਸੇਕ ਗਏ। ਸਿੰਘ ਸੋ ਦੰਗਿਓ ਕਬ ਟਲੈ ਜਿਨ ਕੀ ਆਦਤ ਦੰਗ। ਉਹ ਸਮਾਂ ਆ ਗਿਆ ਸੀ ਹੁਣ ਜਿਹੜਾ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਦਾ ਹੈ। ਤੇ ਇਧਰ ਜਿਹੜੇ ਸਿੰਘ ਹਨ ਇਹ ਵੀ ਕਹਿੰਦੇ ਵੀ ਦੰਗਾ ਕਰਨ ਤੋਂ ਕਦੀ ਟਲਦੇ ਨਹੀਂ। ਭਾਵ ਧਰਮ ਯੁੱਧ ਕਰਨ ਤੋਂ, ਧਰਮ ਦੇ ਵਾਸਤੇ ਲੜ ਮਰਨ ਤੋਂ ਸਿੰਘ ਕਦੀ ਵੀ ਪਿਛਾਂਹ ਨਹੀਂ ਹਟਦੇ। ਇਹਨਾਂ ਦੀ ਤੇ ਕਹਿੰਦੇ ਵੀ ਆਦਤ ਹੀ ਦੰਗਾ ਏ। ਇਹਨਾਂ ਦੀ ਤਾਂ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹਨ ਸਤਿਗੁਰ ਤੇ ਮੰਗਾ। ਜੰਗ ਕਰਨ ਤੋਂ ਨਹੀਂ ਇਹ ਕਦੀ ਟਲਦੇ। ਜਾਂਦਿਆਂ ਵੀ ਰਾਹ ਦੇ ਵਿੱਚ ਕਈ ਤੁਰਕੜਿਆਂ ਨੂੰ ਸੋਧਾ ਲਾ ਗਏ। ਆਦ ਤੋਂ ਹੀ ਜਦੋਂ ਕਲਗੀਧਰ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਰਚਨਾ ਕੀਤੀ, ਕਹਿੰਦੇ ਉਦੋਂ ਤੋਂ ਮੁੱਢ ਤੋਂ ਹੀ ਜਿਹੜੇ ਸਿੰਘ ਹੈ ਇਹ ਤੇ ਧਰਮ ਦੇ ਵਾਸਤੇ ਜੰਗ ਕਰਕੇ ਫੇਰ ਪ੍ਰਸੰਨ ਹੁੰਦੇ ਆ। ਕਿਸੇ ਕੋ ਪੈਸੇ ਆਉਣ ਤੇ ਲੋਕ ਬੜੇ ਖੁਸ਼ ਹੁੰਦੇ ਆ ਵੀ ਮਾਇਆ ਆਈ। ਜਿਹੜਾ ਅਮਲੀ ਆ ਉਹ ਅਮਲ ਵੇਖ ਕੇ ਖੁਸ਼ ਹੁੰਦਾ ਏ। ਕਈ ਲੋਕ ਤਮਾਸ਼ੇ ਮੇਲੇ ਵੇਖ ਕੇ ਖੁਸ਼ ਹੁੰਦੇ ਹਨ।
ਪਰ ਜਿਹੜਾ ਗੁਰੂ ਕਾ ਖਾਲਸਾ ਇਹ ਧਰਮ ਦੇ ਵਾਸਤੇ ਕਿਸੇ ਗਊ ਗਰੀਬ ਦੀ ਰੱਖਿਆ ਕਰਨ ਦੇ ਲਈ ਜੰਗ ਜੁੱਧ ਕਰਕੇ ਤੇ ਫੇਰ ਪ੍ਰਸੰਨ ਹੁੰਦਾ। ਕਹਿੰਦੇ ਸਿੰਘਾਂ ਨੂੰ ਤੇ ਖੁਸ਼ੀ ਹੀ ਮਿਲਦੀ ਹੈ ਜੰਗ ਕਰਕੇ। ਚੌਪਾਈ ਜੋ ਅੰਮ੍ਰਿਤਸਰ ਲੱਖੂ ਆਇਓ। ਇਸ ਤਰ੍ਹਾਂ ਕਹਿੰਦੇ ਵੀ ਜਦੋਂ ਲੱਖੂ ਦੀ ਅਗਵਾਈ ਦੇ ਵਿੱਚ ਕਈ ਹਜ਼ਾਰਾਂ ਫੌਜ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਆਏ ਸੋਚ ਕੇ ਸੀ ਵੀ ਨਵਾਬ ਕਪੂਰ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ, ਕਰਮ ਸਿੰਘ ਜੀ, ਧਰਮ ਸਿੰਘ ਜੀ ਵਰਗੇ, ਹਰੀ ਸਿੰਘ ਜੀ ਭੰਗੀ ਵਰਗੇ ਜਿਹੜੇ ਜਰਨੈਲ ਹੈ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਵੀ ਅਸੀਂ ਮੇਲੇ ਦੇ ਆਇਆਂ ਨੂੰ ਕਾਬੂ ਕਰਕੇ ਸ਼ਹੀਦ ਕਰ ਦਿਆਂਗੇ। ਉਹਾਂ ਸਿੰਘ ਜੋ ਕਉ ਉਨ ਪਾਇਓ। ਪਰ ਭਾਈ ਮਨੀ ਸਿੰਘ ਜੀ ਨੇ ਮੌਕਾ ਤਾੜ ਕੇ ਤੇ ਸਿੰਘਾਂ ਨੂੰ ਵਾਪਸ ਭੇਜ ਦਿੱਤਾ। ਜਿਹੜੇ ਬਹੁਤੇ ਸਿੰਘ ਦਲਾਂ ਪੰਥਾਂ ਵਾਲੇ ਸੀ ਉਹਦੇ ਕੋਈ ਅੰਮ੍ਰਿਤਸਰ ਰਹਿ ਨਾ ਗਿਆ, ਪਰ ਕੋਈ ਜਿਹੜੇ ਘਰਾਂ 'ਚੋਂ ਗਰੀਬ ਸਿੱਖ ਗਏ ਸੀ, ਜਿਹੜੇ ਆਮ ਗ੍ਰਿਸ਼ਤ ਦੇ ਵਿੱਚ ਰਹਿੰਦੇ ਸਨ, ਉਹ ਸਿੱਖ ਜਿਹੜਾ ਲੱਖੂ ਨੇ ਅੰਮ੍ਰਿਤਸਰ ਦੇ ਵਿੱਚ ਵੇਖਿਆ, ਉਹ ਦੰਗੇ ਫੰਗੇ ਦਾ ਜੰਗ ਜੋਧ ਦਾ ਬਹਾਨਾ ਜਿਹਾ ਲਾ ਕੇ ਵੀ ਇਹਨੇ ਸਾਡਾ ਆਹ ਲੁੱਟ ਲਿਆ, ਇਹਨਾਂ ਨੇ ਸਾਡੇ ਆਹ ਲੜਾਈ ਕੀਤੀ, ਝੂਠਾ ਹੀ ਇਲਜ਼ਾਮ ਲਾ ਕੇ ਤੇ ਜਿਹੜੇ ਸਿੰਘ ਆਏ ਸੀ ਕੋਈ 4 ਜਾਣੇ ਕੋਈ 10 ਜਾਣੇ, ਉਹ ਵੀ ਸਾਰੇ ਲੱਖੂ ਨੇ ਗ੍ਰਿਫਤਾਰ ਕਰ ਲਏ। ਇਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਤੇ ਲਾਹੌਰ ਦੇ ਵਿੱਚ ਨਵਾਬ ਦੇ ਕੋਲ ਪੇਸ਼ ਕੀਤਾ। ਜਿਹੜੇ ਸਿੰਘਾਂ ਦੇ ਵਿੱਚ ਨਾਮਦਾਰ ਚੰਗੇ ਕਦਵਾਰ ਭਾਈ ਮਨੀ ਸਿੰਘ ਜੀ ਦੇ ਕੋਲ ਜਿਹੜੇ ਸਿੰਘ ਕੋਈ ਰਹਿੰਦੇ ਸਨ, ਭਾਈ ਮਨੀ ਸਿੰਘ ਜੀ ਦੇ ਸਮੇਤ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ। ਆ ਕੇ ਥਾਣੇਦਾਰ ਕਹਿੰਦਾ ਵੀ ਮਨੀ ਸਿੰਘ ਜੀ 10 ਦਿਨ ਹੋ ਗਏ ਆ, ਹੁਣ 10,000 ਟਕਾ ਦਿਓ। ਤੇ ਭਾਈ ਮਨੀ ਸਿੰਘ ਜੀ ਕਹਿੰਦੇ ਤੁਸੀਂ ਮੇਲਾ ਲੱਗਣ ਹੀ ਨਹੀਂ ਦਿੱਤਾ। ਸ਼ਰਤ ਇਹ ਸੀ ਵੀ ਮੇਲਾ ਲੱਗੇਗਾ ਤੇ ਸੰਗਤ ਆਏਗੀ, ਚੜਾਵਾ ਚੜੇਗਾ ਤੇ ਤੁਹਾਨੂੰ ਅਸੀਂ ਟਕੇ ਦੇ ਦੇਵਾਂਗੇ ਵੀ ਤੁਹਾਡੀ ਡਿਊਟੀ ਲੱਗੀ ਆ, ਤੁਸੀਂ ਸਿਕਿਉਰਿਟੀ ਦਿੱਤੀ ਆ, ਰੱਖਿਆ ਕੀਤੀ ਹੈ ਸੰਗਤ ਦੇ। ਪਰ ਤੁਸੀਂ ਤੇ ਕਹਿੰਦੇ ਮੇਲਾ ਆਪ ਹੀ ਨਹੀਂ ਲੱਗਣ ਦਿੱਤਾ। ਇੰਨੀ ਫੌਜ ਚੜਾ ਕੇ ਲੈ ਕੇ ਆਏ, ਜਿਸ ਕਰਕੇ ਕੋਈ ਆਇਆ ਨਹੀਂ ਤੇ ਅਸੀਂ ਹੁਣ ਮਾਮਲਾ ਕਿੱਥੋਂ ਦਈਏ। ਭਾਈ ਮਨੀ ਸਿੰਘ ਜੀ ਨੇ ਜਦੋਂ ਇਨਕਾਰ ਕੀਤਾ ਤੇ ਭਾਈ ਮਨੀ ਸਿੰਘ ਜੀ ਨੂੰ 90 ਸਾਲ ਦੀ ਉਮਰ ਦੇ ਵਿੱਚ ਉਸੇ ਵੇਲੇ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਨਾਲ 2 ਪੁੱਤਰ ਇਹਨਾਂ ਦੇ, ਚਿੱਤਰ ਸਿੰਘ, ਗੁਲਜ਼ਾਰ ਸਿੰਘ ਇਹਨਾਂ ਦਾ ਭਰਾ ਤੇ ਹੋਰ ਕੁਝ ਨਾਮਵਰ ਜਿਹੜੇ ਸਿੱਖ ਸੀ ਉਹ ਵੀ ਗ੍ਰਿਫਤਾਰ ਕੀਤੇ ਹਰਮੰਦਰ ਸਾਹਿਬ ਤੋਂ। ਕਹਿੰਦੇ ਸਮੇਂ ਦਾ ਇਹੋ ਜਿਹਾ ਚੱਕਰ ਚੱਲਿਆ, ਸਮੇਂ ਦਾ ਇਹੋ ਜਿਹਾ ਫੇਰ ਆਇਆ। ਤੱਕਿਆ ਤੇ ਕੁਝ ਹੋਰ ਸੀ, ਵਿੱਚ ਸੋਚਿਆ ਇਹ ਸੀ ਵੀ ਸਿੰਘ ਆਉਣਗੇ, ਮੇਲਾ ਲੱਗੂਗਾ, ਕੋਈ ਗੁਰਮਤਾ ਕਰਾਂਗੇ, ਕੋਈ ਪੰਥ ਦੇ ਵਾਧੇ ਦੀ ਸਲਾਹ ਕਰਾਂਗੇ, ਕੋਈ ਅਮਰ ਸੰਚਾਰ ਹੋਊਗਾ, ਨਵੇਂ ਸਿੰਘ ਸੱਜਣਗੇ। ਇਹ ਵਿਚਾਰ ਕੀਤੀ ਸੀ ਵੀ ਮੇਲਾ ਜਿਹੜਾ ਇਹ ਦੀਵਾਲੀ ਦਾ ਜੋੜ ਮੇਲਾ, ਵੀ ਪੰਥ ਇਕੱਠਾ ਹੋ ਕੇ ਤੇ ਆਪਣੇ ਭਵਿੱਖ ਦੀ ਕੋਈ ਰਣਨੀਤੀ ਤੈਅ ਕਰੇਗਾ ਅਕਾਲ ਤਖਤ ਤੇ। ਪਰ ਮਹਾਰਾਜ ਨੂੰ, ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਜੋੜ ਮੇਲਾ ਤੇ ਨਾ ਲੱਗਿਆ। ਪਰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਏ, ਲਾਹੌਰ ਲੈ ਕੇ ਗਏ। ਜਕਰੀਏ ਦੀ ਕਚਹਿਰੀ ਲੱਗੀ ਆ ਤੇ ਭਾਈ ਮਨੀ ਸਿੰਘ ਜੀ ਦੇ ਸਮੇਤ ਜਿਹੜੇ ਕੋਈ ਸਿੰਘ ਗ੍ਰਿਫਤਾਰ ਕੀਤੇ ਹਨ ਉਹਨਾਂ ਨੂੰ ਪੇਸ਼ ਕੀਤਾ ਗਿਆ। ਨਵਾਬ ਤੇ ਪਹਿਲਾਂ ਹੀ ਜਿਹੜਾ ਸੀ ਉਹ ਸਿੰਘਾਂ ਦੇ ਨਾਲ ਈਰਖਾ ਰੱਖਦਾ, ਪਰ ਕੁਝ ਉੱਥੇ ਕਚਹਿਰੀ ਦੇ ਵਿੱਚ ਕੋਈ ਕਾਜੀ, ਕੋਈ ਮਲਾਣੇ ਜਿਹੜੇ ਸਨ, ਇਹਨਾਂ ਨੇ ਇਹਨੂੰ ਹੋਰ ਕਹਿੰਦੇ ਭਖਾ ਦਿੱਤਾ, ਜਿਵੇਂ ਬਲਦੀ ਤੇ ਤੇਲ ਪਾ ਦਿੱਤਾ। ਕਿਉਂਕਿ ਜਦੋਂ ਇਹਨੇ ਪੁੱਛਿਆ ਨਾ ਅੱਗੇ ਹੋਣੀ ਗੱਲ ਵੀ ਇਹ ਮਨੀ ਸਿੰਘ ਨੂੰ ਕੀ ਸਜ਼ਾ ਦਿੱਤੀ ਜਾਵੇ, ਤੇ ਇਹਨਾਂ ਨੇ ਕਿਹਾ ਸੀ ਵੀ ਇਹ ਇਹਨਾਂ ਸਿੰਘਾਂ ਦਾ ਆਗੂ ਹੈ ਤੇ ਇਹ ਨਵੇਂ ਅੰਮ੍ਰਿਤ ਛਕਾ ਕੇ ਸਿੱਖ ਬਣਾਉਂਦਾ ਏ ਤੇ ਉਹਨਾਂ ਨੂੰ ਫਿਰ ਜੰਗਲਾਂ 'ਚ ਭੇਜਦਾ ਟ੍ਰੇਨਿੰਗ ਲੈਣ ਵਾਸਤੇ। ਉਹ ਫਿਰ ਸਾਨੂੰ ਲੁੱਟਦੇ ਆ, ਇਸ ਕਰਕੇ ਆਮ ਸਿੰਘਾਂ ਦੇ ਨਾਲੋਂ ਮਨੀ ਸਿੰਘ ਨੂੰ 10 ਗੁਣਾ ਵੱਡੀ ਸਜ਼ਾ ਦਿੱਤੀ ਜਾਵੇ। ਇੱਦਾਂ ਭਾਈ ਮਨੀ ਸਿੰਘ ਜੀ ਦੇ ਖਿਲਾਫ ਬਹੁਤਾ ਖਾਨ ਨੂੰ ਭੜਕਾ ਦਿੱਤਾ ਵੀ ਜਿੰਨੇ ਵੀ ਸਿੰਘ ਆਪਾਂ ਨੂੰ ਲੁੱਟਦੇ ਆ ਉਹਨਾਂ ਸਾਰਿਆਂ ਦਾ ਸਰਦਾਰ ਇਹ ਮਨੀ ਸਿੰਘ ਹੈ। ਆ ਗੱਲ ਤੁਰੀ, ਨਵਾਬ ਕਹਿੰਦਾ ਮਨੀ ਸਿੰਘ ਜੀ ਨੂੰ ਵੀ ਤੁਸੀਂ ਕਿਹਾ ਸੀ ਵੀ ਮੇਲਾ ਲੱਗ ਲੈਣ ਦਿਓ ਤੇ ਅਸੀਂ 10,000 ਟਕੇ ਦੇਵਾਂਗੇ। ਕਹਿੰਦੇ ਹੁਣ ਮੇਲਾ ਤੁਹਾਡਾ ਲੰਘ ਗਿਆ ਏ ਤੇ ਸਾਨੂੰ ਹੁਣ 10,000 ਟਕੇ ਦਿਓ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਮੇਲਾ ਨਵਾਬ ਜੀ ਤੁਸੀਂ ਲੱਗਣ ਹੀ ਨਹੀਂ ਦਿੱਤਾ,
ਸੰਗਤ ਨਹੀਂ ਆਈ ਤੇ ਜੇ ਸੰਗਤ ਨੇ ਚੜਾਵਾ ਨਹੀਂ ਚੜਾਇਆ ਤੇ ਅਸੀਂ ਟਕੇ ਕਿੱਥੋਂ ਦਈਏ। ਤੇ ਜਿਹੜੇ ਕੁਝ ਹੋਰ ਸਿੰਘ ਸੀ ਆਪਣੇ ਤੌਰ ਤੇ ਲਾਹੌਰ ਦੇ ਆਏ, ਭਾਈ ਸੁਬੇਗ ਸਿੰਘ ਆਦਿਕ ਦੀ ਗਵਾਹੀ ਦੇ ਵਿੱਚ ਉਹ ਕਹਿਣ ਲੱਗੇ ਵੀ ਅਸੀਂ ਜਾਮਣੀ ਦੇ ਦਿੰਨੇ ਆ ਤੇ ਜਦੋਂ ਪੈਸੇ ਹੋਣਗੇ ਉਦੋਂ ਫੇਰ ਵਾਪਸ ਕਰਾ ਦੇਾਂਗੇ। ਇਸ ਕਰਕੇ ਭਾਈ ਮਨੀ ਸਿੰਘ ਦੀ ਜ਼ਮਾਨਤ ਕੀਤੀ ਜਾਵੇ। ਇਦਾਂ ਜ਼ਮਾਨਤ ਦੇਣ ਵਾਸਤੇ ਕੁਝ ਸਿੱਖ ਆਪਣੇ ਆਪ ਅੱਗੇ ਪੇਸ਼ ਹੋ ਗਏ। ਸ਼ਾਹੂਕਾਰ ਦੀ ਮੰਨਣ ਤੇ ਆਏ। ਇਥੋਂ ਤੀਕਰ ਵੀ ਲੱਛੀ ਰਾਮ ਵਰਗੇ ਸਾਧ ਸੰਗਤ ਜੀ ਸ਼ਾਹੂਕਾਰ ਸਨ। ਲਾਹੌਰ ਦੇ ਵਿੱਚ ਨਵਾਬ ਕਪੂਰ ਵਾਹਿਗੁਰੂ ਸਰਦਾਰ ਸੁਬੇਗ ਸਿੰਘ ਵਰਗੇ ਤੇ ਇੱਕ ਸੂਰਤ ਸਿੰਘ ਨਾਮ ਦਾ ਗੁਰਸਿੱਖ ਸੀ, ਉਹ ਗਿਆਨੀ ਸੀ ਤੇ ਭਾਈ ਮਨੀ ਸਿੰਘ ਜੀ ਦੇ ਕੋਲੋਂ ਵਿਦਿਆ ਪੜ੍ਹਿਆ ਸੀ। ਇੱਥੇ ਸਰਕਾਰ ਦੇ ਕੋਲ ਨੌਕਰੀ ਕਰਦਾ ਲਾਹੌਰ ਦੇ ਵਿੱਚ। ਉਹਨਾਂ ਨੇ ਵੀ ਯਤਨ ਕੀਤਾ ਵੀ ਅਸੀਂ ਜ਼ਮਾਨਤ ਦਿੰਨੇ ਆ ਮਨੀ ਸਿੰਘ ਜੀ ਦੇ ਤੇ ਜਦਣਾ ਪੈਸੇ ਹੋਣਗੇ ਤੇ ਨਵਾਬ ਜੀ ਤੁਹਾਨੂੰ ਦੇ ਦੇਾਂਗੇ। ਪਰ ਜਿਹੜੇ ਜ਼ਮਾਨਤ ਦੇਣ ਵਾਸਤੇ ਆਏ ਭਾਈ ਮਨੀ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਮਨਾ ਕਰ ਦਿੱਤਾ। ਕਹਿੰਦੇ ਨਾ ਸਿੰਘੋ ਨਾ ਖਾਲਸਾ ਜੀ, ਇਹਨਾਂ ਤੁਰਕਾਂ ਦੇ ਕੋਲ ਕੋਈ ਸਾਡੇ ਵਾਸਤੇ ਤਰਲਾ ਨਹੀਂ ਕੱਢਣਾ, ਇਹਨਾਂ ਅੱਗੇ ਹੱਥ ਨਹੀਂ ਜੋੜਨੇ, ਕੋਈ ਜ਼ਮਾਨਤ ਨਹੀਂ ਸਾਡੀ ਕਰਾਉਣੀ ਕਿਸੇ ਨੇ। ਕਿਉਂਕਿ ਇਸ ਵੇਲੇ ਸਾਡੇ ਕੋਲ ਟਕੇ ਹੀ ਨਹੀਂ ਹੈ। ਇਹਨਾਂ ਨੇ ਮੇਲਾ ਹੀ ਨਹੀਂ ਲੱਗਣ ਦਿੱਤਾ, ਇਹਨਾਂ ਦੀ ਨੀਤ ਮਾੜੀ ਸੀ। ਇਹ ਸਿੰਘਾਂ ਨੂੰ ਸੰਗਤ ਨੂੰ ਫੜ ਕੇ ਕਤਲ ਕਰਿਆ ਚਾਹੁੰਦੇ ਸੀ, ਜਿਸ ਕਰਕੇ ਮੇਲਾ ਨਹੀਂ ਲੱਗਾ। ਸਾਡੇ ਕੋਲ ਭਾਈ ਮਨੀ ਸਿੰਘ ਜੀ ਕਹਿੰਦੇ ਟਕੇ ਹੈ ਹੀ ਨਹੀਂ ਜਿਹੜੇ ਅਸੀਂ ਨਵਾਬ ਨੂੰ ਦਈਏ। ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਫਿਰ ਅੜ ਗਏ। ਕਹਿੰਦੇ ਹੁਣ ਤਾਂ ਟਕੇ ਹੈ ਨਹੀਂ ਹੈ, ਜੇ ਕੱਲ ਨੂੰ ਮਹਾਰਾਜ ਕਿਰਪਾ ਕਰਨ ਤੇ ਮਾਇਆ ਸਾਡੇ ਕੋਲ ਆ ਵੀ ਜਾਵੇ, ਕਹਿੰਦੇ ਤੁਰਕਾਂ ਨੂੰ ਅਸੀਂ ਫੇਰ ਵੀ ਨਹੀਂ ਦੇਣੀ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਹੁਣ ਟਕੇ ਬਿਲਕੁਲ ਇਹਨਾਂ ਨੂੰ ਦੇਣੇ ਨਹੀਂ, ਜੇ ਸਾਡੇ ਕੋਲ ਹੋਣ ਵੀ ਤਾਂ ਵੀ ਨਹੀਂ ਦੇਣੇ ਦੁਸ਼ਟਾਂ ਨੂੰ। ਕਿਉਂਕਿ ਭਾਈ ਸਾਹਿਬ ਜਾਣਦੇ ਸੀ, ਕਹਿੰਦੇ ਜਿਹੜੇ ਉਹ ਸਿੰਘ ਆਏ ਸੀ ਨਾ ਮੁਲਾਕਾਤ ਆਏ, ਉਹ ਜ਼ਮਾਨਤ ਦੇ ਦਈਏ ਤੁਹਾਡੀ ਨਵਾਬ ਨੂੰ। ਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਹੁਣ ਸਾਡਾ ਸੱਚਖੰਡ ਜਾਣ ਦਾ ਸ਼ਹੀਦੀਆਂ ਦਾ ਸਮਾਂ ਨੇੜੇ ਆ ਗਿਆ ਏ। ਜਿਹੜਾ ਸਿੰਘਾਂ ਦਾ ਬਚਨ ਵੀ ਹੋਇਆ ਸੀ ਨਾ, ਜਦੋਂ ਅਸੀਂ ਪੋਥੀਆਂ ਬਣਾਈਆਂ ਗੁਰਬਾਣੀ ਦੀਆਂ ਜੁਦੇ ਜੁਦੇ, ਤੇ ਸੰਗਤ ਨੇ ਕਿਹਾ ਸੀ ਵੀ ਤੇਰਾ ਬੰਦ ਕੱਟਿਆ ਜਾਊਗਾ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਅਸੀਂ ਹੁਣ ਸੰਗਤ ਦਾ ਵੀ ਜਿਹੜਾ ਵਜਨ ਹੈ ਨਾ ਭਾਰ ਹੈ ਸਾਡੇ ਸਿਰ ਤੇ ਕਈ ਸਾਲ ਹੋ ਗਏ ਆ, ਉਹ ਵੀ ਅਸੀਂ ਹੁਣ ਉਤਾਰਿਆ ਚਾਹੁੰਦੇ, ਪੂਰਾ ਕਰਿਆ ਚਾਹੁੰਦੇ ਹਾਂ। ਹੁਣ ਮੈਂ ਆਪਣਾ ਬੰਦ ਕਟਾਉਣਾ ਚਾਹੁੰਦਾ ਹਾਂ, ਕਿਉਂਕਿ ਸੰਗਤ ਗੁਰੂ ਰੂਪ ਹੈ ਤੇ ਗੁਰੂ ਦਾ ਕੀਤਾ ਵਜਨ ਖਾਲੀ ਨਹੀਂ ਜਾਣਾ ਚਾਹੀਦਾ, ਤੇ ਆਪਣਾ ਸਿਰ ਮੈਂ ਇਹਨਾਂ ਤੁਰਕਾਂ ਦੇ ਸਿਰ ਤੇ ਲਾਵਾਂਗਾ। ਇਸ ਤਰ੍ਹਾਂ ਕਹਿ ਕਰਕੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਇਦਾਂ ਬੋਲਿਆ, ਇਦਾਂ ਅੱਗੋਂ ਮਨਾ ਕਰ ਦਿੱਤਾ ਵੀ ਮੈਂ ਬੰਦ ਕਟਾਉਣ ਦੇ ਲਈ ਤਿਆਰ ਹਾਂ, ਤੁਸੀਂ ਮੇਰੇ ਵਾਸਤੇ ਕੋਈ ਜ਼ਮਾਨਤ ਨਾ ਦਿਓ, ਕੋਈ ਪੈਸਾ ਇਹਨਾਂ ਤੁਰਕਾਂ ਨੂੰ ਨਾ ਦਿਓ। ਏਦਾਂ ਮਨਾ ਕਰ ਦਿੱਤਾ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਇਹ ਨਵਾਬ ਸਾਡੇ ਕੋਲ ਹੁਣ ਕੋਈ ਪੈਸਾ ਇਸ ਸਮੇਂ ਨਹੀਂ ਹੈ, ਤੇ ਤੂੰ ਏਦਾਂ ਕਰ ਵੀ ਸਾਡੀ ਜਾਨ ਨਗਦੋ ਨਗਦੀ ਲੈ ਲਾ, ਅਸੀਂ ਆਪਣੀ ਤੈਨੂੰ ਜਾਨ ਨਗਦੋ ਨਗਦ ਦੇਣ ਨੂੰ ਤਿਆਰ ਆ, ਮਰਨ ਨੂੰ ਤਿਆਰ ਹਾਂ। ਜਦੋਂ ਭਾਈ ਮਨੀ ਸਿੰਘ ਜੀ ਦੀ ਗ੍ਰਿਫਤਾਰੀ ਦਾ ਸਾਧ ਸੰਗਤ ਜੀ ਪਤਾ ਲੱਗਾ, ਤੇ ਭਾਈ ਮਨੀ ਸਿੰਘ ਜੀ ਬਜ਼ੁਰਗ ਗੁਰਸਿੱਖ ਸਨ, 90-92 ਸਾਲ ਉਮਰ ਹੈ, ਤੇ ਇਹਨਾਂ ਨੂੰ ਹਿੰਦੂ ਸਿੱਖ ਤੇ ਮੁਸਲਮਾਨ ਸਾਰੇ ਹੀ ਮੰਨਦੇ ਸੀ। ਸਿੱਖਾਂ ਦੇ ਤੇ ਆਗੂ ਸੀ, ਮੰਨਣਾ ਸੀ, ਪਰ ਹਿੰਦੂ ਵੀ ਇਹਨਾਂ ਦੇ ਕੋਲ ਪ੍ਰਭਾਵਿਤ ਸੀ ਤੇ ਮੁਸਲਮਾਨ ਵੀ ਕਥਾ ਸੁਣਦੇ ਸੀ ਭਾਈ ਮਨੀ ਸਿੰਘ ਜੀ ਦੇ ਕੋਲ ਆ ਕੇ। ਤੇ ਉਹ ਸਾਰੇ ਸ਼ਹਿਰ ਦੇ ਲੋਕ ਵੀ ਇਕੱਠੇ ਹੋ ਗਏ ਵੀ ਚਲੋ ਆਪਾਂ ਰਲ ਮਿਲ ਕੇ 10,000 ਰੁਪਏ ਦੀ ਗੱਲ ਹੈ, ਤੇ 10,000 ਰੁਪਇਆ ਦੇ ਕੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਛੁਡਾ ਲਈਏ। ਉਹ ਪੈਸੇ ਲੈ ਕੇ ਆਏ ਤੇ ਆ ਕੇ ਕਹਿੰਦੇ ਵੀ ਖਲੋ ਗਏ ਨੇ ਵੀ ਅਸੀਂ ਪੈਸੇ ਦੇਣ ਨੂੰ ਤਿਆਰ ਆ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਏ ਵੀ 2 ਮੁਸਲਮਾਨ ਵੀ ਆਏ ਸਨ। ਜਦੋਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਣ ਲੱਗੇ ਤੇ ਅਜੇ ਹੱਥ ਦੇ ਉੱਤੇ ਜਲਾਦ ਨੇ ਵਾਰ ਕਰਨਾ ਸੀ ਤੇ ਉਹ ਭੱਜੇ ਆਏ। ਨਖਾਸ ਚੌਂਕ ਦੇ ਵਿੱਚੋਂ ਨਵਾਬ ਨੂੰ ਆ ਕੇ ਕਹਿਣ ਲੱਗੇ ਇਹ ਬੜਾ ਗੁਰਮੁਖ ਗੁਰਸਿੱਖ ਪਿਆਰਾ ਏ, ਤੇ ਕਹਿਰ ਢੱਠ ਜੇਗਾ, ਆਪਣਾ ਰਾਜ ਨਸ਼ਟ ਹੋ ਜਾਊਗਾ, ਹੁਕਮ ਕਰ ਵੀ ਉਹਨਾਂ ਦੇ ਇਦਾਂ ਜ਼ੁਲਮ ਨਾ ਕੀਤਾ ਜਾਵੇ। ਪਰ ਉਦੋਂ ਕਿਹੜੇ ਟੈਲੀਫੋਨ ਸੀ, ਨਵਾਬ ਵੀ ਮੰਨ ਗਿਆ ਉਦੋਂ।
ਜਿੰਨੇ ਚਿਰ ਨੂੰ ਸੁਨੇਹਾ ਗਿਆ ਤੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਉਦੋਂ ਤੱਕ ਕੱਟੇ ਜਾ ਚੁੱਕੇ ਸੀ। ਕਹਿਣ ਤੋਂ ਭਾਵ ਹੈ ਵੀ ਹਿੰਦੂਆਂ ਨੇ ਵੀ ਜਿਹੜੇ ਸ਼ਹਿਰ ਵਿੱਚ ਰਹਿਣ ਵਾਲੇ ਉਹਨਾਂ ਨੇ ਵੀ ਮਾਇਆ ਦੀ ਪੇਸ਼ਕਸ਼ ਕੀਤੀ। ਕੁਝ ਮੁਸਲਮਾਨ ਵੀ ਆਏ ਪੈਸੇ ਲੈ ਕੇ। ਮਨੀ ਸਿੰਘ 100 ਲੱਖ ਸੋ ਸਮੋ, ਮਨੀ ਸਿੰਘ 100 ਲੱਖ ਸਮੋ, ਹੋਤੀ ਬਾਤ ਗਏ ਤੋੜ। ਤੇ ਪਰ ਭਾਈ ਮਨੀ ਸਿੰਘ ਜੀ ਨੇ ਜਾਣਿਆ ਵੀ ਹੁਣ ਮੇਰੀ ਸ਼ਹੀਦੀ ਦਾ ਸਮਾਂ ਨੇੜੇ ਆਇਆ। ਜਿਹੜੀ ਮੈਂ ਅਰਦਾਸ ਕਰਾਈ ਹੈ ਵੀ ਮੇਰੀ ਜਿਹੜੀ ਸਿੱਖੀ ਹੈ ਉਹ ਕੇਸਾਂ ਤੇ ਸਵਾਸਾਂ ਦੇ ਨਾਲ ਨਿਭ ਜਾਵੇ, ਉਹ ਸਮਾਂ ਨੇੜੇ ਆਇਆ ਜਾਣ ਕੇ ਜੇ ਕੋਈ ਕਹਿੰਦੇ ਨਵਾਬ ਦੇ ਨਾਲ ਆ ਕੇ ਤੇ ਪੇਸ਼ਕਸ਼ ਵੀ ਕਰਦਾ ਏ, ਗੱਲ ਬਣਾਉਂਦਾ ਏ, ਤੇ ਭਾਈ ਮਨੀ ਸਿੰਘ ਆਪ ਵੀ ਉਹਦੀ ਗੱਲ ਵਿੱਚੋਂ ਹੀ ਤੋੜ ਦਿੰਦੇ ਨੇ। ਕਹਿੰਦੇ ਨਾ ਬਈ ਸਾਡੇ ਵਾਸਤੇ ਕਿਸੇ ਨੇ ਕੋਈ ਪੈਸਾ ਨਹੀਂ ਦੇਣਾ। ਸਿੱਖਣ ਬਚਨ ਸੋ ਕਿਮਟਲ ਕਰ ਯਤਨ ਜੋ ਕਰੋੜ। ਕਹਿੰਦੇ ਜਿਹੜਾ ਸੰਗਤ ਦਾ ਬਚਨ ਹੋ ਗਿਆ ਏ ਕੋਈ ਕਰੋੜਾਂ ਯਤਨ ਕਰ ਲਵੇ ਉਹ ਟਲ ਨਹੀਂ ਸਕਦਾ। ਸੰਗਤ ਗੁਰੂ ਰੂਪ ਹੈ ਤੇ ਗੁਰੂ ਨੇ ਕਿਹਾ ਹੈ ਵੀ ਮਨੀ ਸਿਆ ਤੇਰਾ ਬੰਦ ਕੱਟਿਆ ਜਾਵੇਗਾ। ਨਵਾਬ ਮਨੇ ਬਹੁ ਕ੍ਰੋਧ ਆਇਆ। ਜਿਹੜਾ ਨਵਾਬ ਸੀ ਇਹਦੇ ਮਨ 'ਚ ਬੜਾ ਕ੍ਰੋਧ ਆਇਆ ਵੀ ਨਾ ਇਹ ਆਪ ਟਕੇ ਦਿੰਦਾ ਹੈ, ਕਹਿੰਦਾ ਮੇਰੇ ਕੋਲ ਹੈ ਨਹੀਂ, ਤੇ ਜੇ ਇਹਦੇ ਵੰਡੇ ਕੋਈ ਜ਼ਮਾਨਤ ਦੇਣ ਆਉਂਦਾ ਹੈ ਤੇ ਉਹਨੂੰ ਵੀ ਮੁਕਰਾ ਦਿੰਦਾ, ਉਹਨੂੰ ਵੀ ਮਨਾ ਕਰਾ ਦਿੰਦਾ ਹੈ। ਇਹ ਸੁਣ ਕੇ ਜਿਹੜਾ ਜ਼ਕਰੀਆ ਸੀ ਇਹ ਸਣੇ ਕੱਪੜੀ ਸਾਧ ਸੰਗਤ ਬਿਨਾ ਬਾਲਣੋਂ ਹੀ ਸੜ ਬਲ ਗਿਆ। ਹੁਣ ਸ਼ਰਾਪ ਨੇ ਸਮੋ ਪੁਜਾਇਆ। ਅਸਲ ਦੇ ਵਿੱਚ ਉਹ ਸ਼ਹੀਦੀ ਦਾ ਭਾਈ ਮਨੀ ਸਿੰਘ ਜੀ ਦਾ ਸਮਾਂ ਹੀ ਪੁੱਜ ਗਿਆ ਸੀ ਆ ਕੇ। ਉਸ ਵੇਲੇ ਨਵਾਬ ਨੇ ਕਾਜੀ ਮੁੱਲਾ ਸੱਦ ਲਏ। ਉਦੋਂ ਦੇ ਜੱਜ ਇਹੀ ਹੁੰਦੇ ਸੀ, ਇਹੀ ਜੋ ਹੁਕਮ ਸੁਣਾ ਦਿੰਦੇ ਉਹੀ ਮੰਨਿਆ ਜਾਂਦਾ। ਕਾਜ਼ੀਆਂ ਮੁਲਾਣਿਆਂ ਨੂੰ ਕੋਲ ਸੱਦ ਲਿਆ ਗਿਆ, ਮੁਫਤੀ ਨੂੰ ਸੱਦ ਲਿਆ ਗਿਆ। ਨਵਾਬ ਜ਼ਕਰੀਏ ਨੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ ਤੇ ਕਹਿਣ ਲੱਗੇ ਕਾਜੀ ਸਾਹਿਬ ਇਹ ਮਨੀ ਸਿੰਘ ਨੂੰ ਕੀ ਸਜ਼ਾ ਦਿੱਤੀ ਜਾਵੇ? ਆਪਣੀ ਕੋਈ ਕਿਤਾਬ ਖੋਲੋ, ਇਹਨਾਂ ਵਾਸਤੇ ਕੀ ਨਿਯਮ ਹੈ ਉਹ ਪਤਾ ਕੀਤਾ ਜਾਵੇ। ਮੁਸਲਮਾਨ ਜਦੋਂ ਇਹ ਲੱਗ ਪਏ ਨਾ ਭਾਈ ਮਨੀ ਸਿੰਘ ਨੂੰ ਕੀ ਸਜ਼ਾ ਦੇਣੀ, ਆਪਣੀ ਕਿਤਾਬ ਖੋਲਣ ਲੱਗੇ ਤੇ ਨਵਾਬ ਨੇ ਕਿਹਾ ਵੀ ਹੁਣ ਦੋ ਤੁਹਾਡੇ ਕੋਲ ਮੌਕੇ ਹੈਗੇ ਨੇ, ਵੇਖ ਲਓ ਵੀ ਕਿਹੜਾ ਲੈਣਾ। ਇੱਕ ਮੌਕਾ ਪਹਿਲਾ ਇਹ ਹੈ ਵੀ ਤੁਸੀਂ ਮੁਸਲਮਾਨ ਬਣ ਜਾਓ, ਕਿਉਂਕਿ ਜਿਹੜਾ ਇਸਲਾਮ ਦਾ ਸਾਥ ਸੰਗਤ ਰਾਜ ਰਿਹਾ ਹੈ ਨਾ, ਉਹਨਾਂ ਦੀ ਇੱਕ ਸ਼ਰਤ ਰਹੀ ਹੈ ਵੀ ਭਾਵੇਂ ਬੰਦਾ ਸਾਹਮਣੇ ਵਾਲਾ ਸਾਡਾ ਕਿੱਡਾ ਵੀ ਵੱਡਾ ਵੈਰੀ ਹੋਵੇ, ਜੇ ਉਹ ਮੁਸਲਮਾਨ ਬਣਨ ਨੂੰ ਤਿਆਰ ਹੋਵੇ ਤੇ ਫਿਰ ਉਹਨੂੰ ਕੁਝ ਨਾ ਕਿਹਾ ਜਾਵੇ। ਤੇ ਉਸੇ ਮਰਿਆਦਾ ਉਸੇ ਨਿਯਮ ਦੇ ਤਹਿਤ ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਵੀ ਜੇ ਟਕੇ ਨਹੀਂ ਨਾ ਦੇਣੇ ਜਾਂ ਤਾਂ ਟਕੇ ਦੇ ਦਿਓ, ਜੇ ਟਕੇ ਨਹੀਂ ਦੇਣੇ ਤੇ ਫਿਰ ਮੁਸਲਮਾਨ ਬਣ ਜਾਵੋ। ਕਿਉਂਕਿ ਮਨੀ ਸਿੰਘਾ ਤੇਰੀ ਜਾਨ ਫੇਰ ਛੱਡਾਂਗੇ, ਉਹਨਾਂ ਚਿਰ ਅਸੀਂ ਤੈਨੂੰ ਛੱਡਣਾ ਨਹੀਂ, ਉਹ ਅਸੀਂ ਮਾਰ ਦੇਣਾ ਹੀ, ਜੇ ਮੁਸਲਮਾਨ ਬਣ ਜੇ ਤੇ ਤਾਂ ਬਖਸ਼ ਦੇਾਂਗੇ। ਭਾਈ ਮਨੀ ਸਿੰਘ ਦੇ ਨਾਲ ਜਿਹੜੇ ਇਹਨਾਂ ਦੇ ਦੋ ਪੁੱਤਰ ਚਿੱਤਰ ਸਿੰਘ ਤੇ ਹੋਰ ਸਿੰਘ ਕੁਝ ਫੜੇ ਸਨ, ਉਹਨਾਂ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਕਿਹਾ, ਕਹਿਣ ਲੱਗੇ ਨਵਾਬ ਅਸੀਂ ਆਪਣਾ ਸਿੱਖੀ ਸਿਦਕ ਨਹੀਂ ਹਾਰਾਂਗੇ, ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ ਮੌਤ ਦੇ ਡਰ ਤੋਂ। ਜਨਮ ਪਰ ਸਿਦਕ ਸੁਗਾਰ। ਇੱਕ ਜਨਮ ਦੀ ਕੀ ਨਵਾਬ ਤੂੰ ਗੱਲ ਕਰਦਾ ਏ, ਮੈਂ ਅਸੀਂ ਆਪਣੇ ਸਿੱਖੀ ਸਿਦਕ ਦੇ ਉੱਤੋਂ ਅਨੇਕਾਂ ਹੀ ਜਨਮ ਹਜ਼ਾਰਾਂ ਵਾਰ ਸਾਨੂੰ ਜਨਮ ਮਿਲੇ, ਅਸੀਂ ਗੁਰੂ ਨਾਨਕ ਗੁਰੂ ਕਲਗੀਧਰ ਮਹਾਰਾਜ ਦੀ ਸਿੱਖੀ ਤੋਂ ਕੁਰਬਾਨ ਕਰ ਦਿਆਂਗੇ। ਇਹ ਤੇ ਇੱਕ ਜਨਮ ਹੈ ਨਾ, ਇੱਕ ਜਨਮ ਬਚਾਉਣ ਲਈ ਤੂੰ ਕਹਿੰਦਾ ਮੁਸਲਮਾਨ ਬਣ ਜਾਓ, ਇਹ ਗੱਲ ਕਦੀ ਹੋ ਨਹੀਂ ਸਕਦੀ। ਅਸੀਂ ਆਪਣੇ ਧਰਮ ਦੇ ਵਿੱਚ ਸਾਬਤ ਰਹਾਂਗੇ, ਆਪਣੇ ਸਿੱਖੀ ਸਿਦਕ ਨੂੰ ਤੋੜ ਨਿਭਾਉਣ ਦੇ ਲਈ ਹਜ਼ਾਰਾਂ ਜਨਮ ਲੈ ਕੇ ਵੀ ਅਸੀਂ ਸਰੀਰ ਕੁਰਬਾਨ ਕਰਨ ਨੂੰ ਤਿਆਰ ਹਾਂ। ਜਦੋਂ ਏਦਾਂ ਸਿੰਘਾਂ ਨੇ ਜਵਾਬ ਦਿੱਤਾ ਵੀ ਅਸੀਂ ਤੇ ਹਜ਼ਾਰਾਂ ਵਾਰ ਸ਼ਹੀਦੀਆਂ ਪਾਲਾਂਗੇ ਪਰ ਤੇਰੀ ਮੁਸਲਮਾਨ ਹੋਣ ਵਾਲੀ ਗੱਲ ਨਹੀਂ ਮੰਨਾਂਗੇ, ਤੇ ਉਸ ਵੇਲੇ ਨਵਾਬ ਨੇ ਕਾਜੀ ਮਲਾਣਿਆਂ ਨੂੰ ਕਿਹਾ ਵੀ ਇਹਨਾਂ ਸਿੰਘਾਂ ਨੂੰ ਕਿਵੇਂ ਮਾਰਨਾ ਇਹ ਵਿਧ ਕਹੋ। ਕੁਰਾਨ ਕਿਤਾਬਾਂ ਲਿਖਿਓ ਜਿਮ ਸਹੋ। ਜਿਵੇਂ ਕਹਿੰਦੇ ਵੀ ਆਪਣੇ ਗ੍ਰੰਥਾਂ 'ਚ ਲਿਖਿਆ, ਕੱਢੋ ਕੋਈ ਇਹੋ ਜੀ ਗੱਲ। ਸਾਧ ਸੰਗਤ ਜੀ ਇੱਕ ਸ਼ਰਅ ਦਾ ਕਾਨੂੰਨ ਸੀ ਇਸਲਾਮ ਦਾ, ਉਹਦੇ ਮੁਤਾਬਕ ਸਜ਼ਾ ਦਿੰਦੇ, ਪਰ ਜਿਹੜੇ ਸਿੰਘ ਸੀ ਨਾ ਇਹਨਾਂ ਵਾਸਤੇ ਇਹਨਾਂ ਨੇ ਇੱਕ ਵੱਖਰੇ ਹੀ ਕਾਨੂੰਨ ਬਣਾਏ ਸੀ। ਸਿੰਘਾਂ ਨੂੰ ਸਜ਼ਾ ਦੇਣ ਦੇ ਲਈ ਕਾਨੂੰਨ ਵੱਖਰਾ ਸੀ, ਹੋਰ ਕੋਈ ਗਲਤੀ ਕਰੇ ਉਹਨੂੰ ਸਜ਼ਾ ਦੇਣ ਦੇ ਲਈ ਕਾਨੂੰਨ ਵੱਖਰਾ ਸੀ। ਜੇ ਕੋਈ ਆਖੇ ਵੀ ਇਹ ਕਿਵੇਂ,
ਤੇ ਅੱਜ ਦੇ ਸਮੇਂ ਦੀ ਇਹ ਗੱਲ ਕਰ ਲਓ, ਅਪਰਾਧ ਇੱਕ ਹੋਵੇ, ਜੇ ਕਰਨ ਵਾਲਾ ਸਿੰਘ ਹੈ, ਅੰਮ੍ਰਿਤਧਾਰੀ ਹੈ, ਸਿੱਖ ਹੈ, ਤੇ ਉਹਦੇ ਉੱਤੇ ਸਖਤੀ ਜਿਹੜੀ ਹੈ ਸਰਕਾਰ ਜ਼ਿਆਦਾ ਕਰਦੀ ਹੈ। ਜੇ ਇਹੀ ਗੁਨਾਹ ਜਿਹੜਾ ਹੈ ਉਹ ਕੋਈ ਦੂਜੇ ਧਰਮ ਵਾਲੇ ਨੇ ਕੀਤਾ ਹੋਵੇ, ਜਿਵੇਂ ਹਿੰਦੂਆਂ ਦਾ ਰਾਜ ਹੈ ਇਸ ਦੇਸ਼ ਵਿੱਚ ਇਸ ਵੇਲੇ, ਜੇ ਕੋਈ ਹਿੰਦੂ ਗੁਨਾਹ ਕਰੇ ਤੇ ਉਹਦੇ ਲਈ ਸਜ਼ਾ ਹੋਰ ਹੈ। ਇਸੇ ਤਰ੍ਹਾਂ ਉਦੋਂ ਵੀ ਇੱਦਾਂ ਸੀ, ਇਸਲਾਮ ਵਾਲੇ ਜਿਹੜੇ ਸੀ, ਜੇ ਕੋਈ ਸਿੰਘ ਸਜ਼ਾ ਕਰੇ, ਖਤਾ ਕਰੇ, ਜੇ ਕਿਸੇ ਸਿੰਘ ਦੇ ਉੱਤੇ ਇਹਨਾਂ ਨੇ ਕੋਈ ਕਾਨੂੰਨ ਲਾਗੂ ਕਰਨਾ ਤੇ ਉਹਦੇ ਲਈ ਵੱਖਰੀ ਕਿਤਾਬ ਬਣਾਈ ਸੀ ਵੀ ਇਹਨਾਂ ਨੂੰ ਕਿੱਦਾਂ ਤਸੀਹੇ ਦੇ ਕੇ ਕਿਹੜੇ ਢੰਗਾਂ ਦੇ ਨਾਲ ਮਾਰਨਾ ਹੈ, ਕੀ ਸਜ਼ਾ ਦੇਣੀ ਹੈ। ਤੇ ਸਿੰਘਾਂ ਨੂੰ ਮਾਰਨ ਦੀ ਵਿਧੀ ਨਵਾਬ ਨੇ ਕਿਹਾ ਵੀ ਕਾਜੀ ਸਾਹਿਬ ਦੱਸੋ ਵੀ ਕਿਵੇਂ ਮਾਰੀਏ ਇਹਨਾਂ ਨੂੰ। ਇਹ ਤਾਂ ਕਹਿੰਦੇ ਆ ਵੀ ਅਸੀਂ ਮਰਨ ਨੂੰ ਤਿਆਰ ਹਾਂ, ਵੀ ਹਜ਼ਾਰਾਂ ਜਨਮ ਵੀ ਸਿੱਖੀ ਤੋਂ ਕੁਰਬਾਨ। ਉਹਨਾਂ ਕਿਤਾਬ ਖੋਲੀ ਤੇ ਕਹਿਣ ਲੱਗੇ ਵੀ ਹੁਣ ਆਪਣਾ ਕੀਤਾ ਹੋਇਆ ਸਹਾਰੋ, ਫਿਰ ਠੀਕ ਠੀਕ ਤੁਹਾਨੂੰ ਸਜ਼ਾ ਲਾਉਨੇ ਹਾਂ। ਕਾਜੀ ਨੇ ਜਿਵੇਂ ਹੀ ਕਹਿਓ, ਫਿਰ ਉਸ ਵੇਲੇ ਕਾਜੀ ਨੇ ਕਿਤਾਬ ਖੋਲੀ, ਕਾਨੂੰਨ ਪੜਿਆ ਵੀ ਇਹ ਸਿੱਖੜਿਆਂ ਨੂੰ, ਸਿੰਘਾਂ ਨੂੰ ਕੀ ਸਜ਼ਾ ਦਿੱਤੀ ਜਾਵੇ, ਤੇ ਪੜ੍ਹ ਕੇ ਕਹਿਣ ਲੱਗਾ, ਤਿਵੇਂ ਮੁਫਤੀ ਨੇ ਫਤਵਾ ਦਇਓ। ਕਾਜੀ ਕਹਿਣ ਲੱਗਾ ਵੀ ਇਹ ਜਿਹੜਾ ਮਨੀ ਸਿੰਘ ਹੈ ਇਹਦਾ ਤੇ ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ। ਆ ਇੱਕ ਗੁਲਜ਼ਾਰਾ ਸਿੰਘ ਹੈ ਇਹਦੀ ਪੁੱਠੀ ਖੱਲ ਉਤਾਰ ਦਿੱਤੀ ਜਾਵੇ। ਇਹ ਜਿਹੜਾ ਚਿੱਤਰ ਸਿੰਘ ਹੈ ਕਹਿੰਦੇ ਵੀ ਇਹਦੀ ਅੱਖ ਕੱਢ ਦਿੱਤੀ ਜਾਵੇ। ਆ ਫਲਾਣੇ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਜਾਵੇ। ਇਹ ਕੱਲੇ ਕੱਲੇ ਦੇ ਬਾਰੇ ਜਿਵੇਂ ਕਾਜੀ ਨੇ ਕਿਹਾ, ਜਿਹੜਾ ਕਿ ਮੁਫਤੀ ਹੁੰਦਾ ਹੈ ਨਾ, ਫਤਵਾ ਸੁਣਾਉਣ ਵਾਲਾ ਕਾਜੀ ਹੁੰਦਾ ਹੈ ਕਾਨੂੰਨ, ਤੇ ਉਹ ਸੁਣਾਏ ਹੋਏ ਕਾਨੂੰਨ ਨੂੰ ਅੱਗੇ ਲਾਗੂ ਕਰਨ ਵਾਲਾ ਮੁਫਤੀ ਹੁੰਦਾ ਹੈ। ਉਹਨੇ ਉਸੇ ਵੇਲੇ ਫਤਵਾ ਜਾਰੀ ਕਰ ਦਿੱਤਾ। ਬੰਦ ਜਦੋਂ ਸਿੰਘ ਮਨੀ ਕਰਾ, ਆ ਕਹਿਣ ਲੱਗੇ ਜਿਹੜਾ ਇਹਨਾਂ ਸਿੰਘਾਂ ਦਾ ਸਰਦਾਰ ਹੈ ਨਾ ਮਨੀ ਸਿੰਘ, ਇਹਦਾ ਬੰਦ ਜੁਦੇ ਕਰਾ ਦਿੱਤਾ ਜਾਵੇ, ਬੰਦ ਕੱਟ ਦਿੱਤਾ ਜਾਵੇ। ਕਰ ਚਾਹੀਏ ਤਾਂ ਜਗਤ ਦਿਖਾ। ਫਿਰ ਕਹਿੰਦੇ ਇਹਨਾਂ ਨੂੰ ਚੌਂਕ ਦੇ ਵਿੱਚ, ਨਖਾਸ ਚੌਂਕ ਦੇ ਵਿੱਚ, ਲਾਹੌਰ ਦੇ ਵਿੱਚ ਲਿਜਾ ਕੇ ਸਾਰਿਆਂ ਦੇ ਸਾਹਮਣੇ ਬੰਦ ਕੱਟ ਕੇ ਸਜ਼ਾ ਦਿੱਤੀ ਜਾਵੇ। ਲੋਕਾਂ ਨੂੰ ਵਿਖਾਇਆ ਜਾਵੇ ਵੀ ਜਿਹੜਾ ਵੀ ਸਰਕਾਰ ਦੇ ਉਲਟ ਚੱਲੇਗਾ, ਜਿਹੜਾ ਵੀ ਕੋਈ ਸਿੰਘ ਬਣੇਗਾ, ਉਹਦੀ ਇਹੋ ਹੀ ਹਾਲਤ ਅਸੀਂ ਕਰਾਂਗੇ। ਹੋਣੀ ਸੀ ਸੋ ਉਨਮੁਖ ਬੋਲੀ। ਹੁਣ ਇਹਨਾਂ ਤੁਰਕਾਂ ਨੂੰ ਤੇ ਨਹੀਂ ਸੀ ਪਤਾ ਵੀ ਸੰਗਤ ਦਾ ਏਦਾਂ ਵਚਨ ਹੋਇਆ ਵੀ ਮਨੀ ਸਿੰਘ ਦਾ ਬੰਦ ਕੱਟਿਆ ਜਾਓ, ਪਰ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੋਣੀ ਸੀ ਜਿਹੜੀ ਗੱਲ ਸੰਗਤ ਨੇ ਕਹੀ ਸੀ ਨਾ, ਉਹ ਵਚਨ ਮਾਨੋ ਵੀ ਉਸ ਕਾਜੀ ਦੀ ਜ਼ੁਬਾਨ ਦੇ ਰਾਹੀਂ ਬਾਹਰ ਪ੍ਰਗਟ ਹੋਇਆ। ਉਨਮੁਖ ਪੀ ਸਾਹਿਬ ਕੁੰਜੀ ਖੋਲੀ। ਆਏ ਜਿਹੜਾ ਸੰਗਤ ਦਾ ਵਚਨ ਸੀ ਇਹ ਮਾਨੋ ਕੁੰਜੀ ਹੈ, ਤੇ ਜਿਹੜਾ ਕਾਜੀ ਨੇ ਫਤਵਾ ਜਾਰੀ ਕਰ ਦਿੱਤਾ ਇਹ ਮਾਨੋ ਵੀ ਜਿੰਦਰਾ ਖੋਲਿਆ ਏ। ਉਨਕੀ ਕਿਤਾਬਨ ਤੇ ਤਬੈ ਲਿਖਿਓ ਸੋ ਵਾਕ। ਜਦੋਂ ਕਾਜੀ ਮਲਾਣਿਆਂ ਨੇ ਆਪਸ ਵਿੱਚ ਆਪਣੀ ਕਿਤਾਬ ਖੋਲੀ ਤੇ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਵੀ ਕਹਿੰਦੇ ਉਹੀ ਗੱਲ ਨਿਕਲ ਆਈ ਬਾਹਰ। ਵਾਕ ਸਿਕਨ ਕੋ ਨਹਿ ਮੇਟੈ ਉੜਿਆ ਤਿਸ ਖਾਕ। ਜਿਹੜਾ ਵਚਨ ਸਿੰਘਾਂ ਨੇ ਕੀਤਾ ਸੀ ਭਾਈ ਬੰਦ ਕੱਟਿਆ ਜਾਓ, ਭਾਈ ਮਨੀ ਸਿੰਘ ਜੀ ਤੁਸੀਂ ਮਹਾਰਾਜ ਦੀ ਬੀੜ ਜੁਦੇ ਕੀਤੀ ਹੈ, ਤੇ ਭਾਈ ਮਨੀ ਸਿੰਘ ਜੀ ਨੇ ਵੀ 7 ਵਚਨ ਕਹਿ ਕੇ ਉਹ ਪ੍ਰਵਾਨ ਕੀਤਾ ਸੀ। ਉਹ ਪ੍ਰਵਾਨ ਕੀਤਾ ਤੇ ਅਰਦਾਸ ਵੀ ਕਰਾਈ ਸੀ ਵੀ ਮੇਰਾ ਸਿੱਖੀ ਸਿਦਕ ਸਾਬਤ ਰਹਿ ਜਾਵੇ। ਹੁਣ ਉਹ ਸੰਗਤ ਦਾ ਵਚਨ ਪੂਰਾ ਹੋਣਾ ਸੀ। ਇਹ ਵੀ ਅਰਦਾਸ ਕਰਾਈ ਸੀ ਵੀ ਮੇਰਾ ਸਿਰ ਤੁਰਕਾਂ ਦੇ ਸਿਰ ਤੇ ਲੱਗੇ। ਇਹ ਸੰਗਤ ਨੇ ਤੇ ਕਹਿਤਾ ਬੰਦ ਕੱਟਿਆ ਜਾਵੇ, ਵੀ ਇਹ ਹੋਰ ਕਿਤੇ ਵੀ ਬਹਾਨਾ ਬਣ ਸਕਦਾ ਹੈ, ਹੋਰ ਕਿਤੇ ਵੀ ਕਾਰਨ ਬਣ ਸਕਦਾ ਹੈ, ਵੀ ਉਹ ਕਾਰਨ ਬਣੇ ਤੁਰਕਾਂ ਦੇ ਸਿਰ ਦੇ ਉੱਤੇ ਮੇਰਾ ਸਿਰ ਲੱਗੇ, ਇਹਨਾਂ ਦੇ ਉੱਤੇ ਦੋਸ਼ ਲੱਗੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦੀਆਂ ਜੜ੍ਹਾਂ ਪੱਟੀਆਂ ਨੇ। ਸੋ ਇਸ ਤਰ੍ਹਾਂ ਕਹਿੰਦੇ ਸਿੰਘਾਂ ਦਾ ਵਚਨ ਜਿਹੜਾ ਹੈ ਇਹ ਗੁਰੂ ਦਾ ਕੀਤਾ ਹੀ ਵਚਨ ਹੈ, ਜੋ ਸੰਗਤ ਕਹਿ ਦਵੇ ਇਹ ਨਹੀਂ ਮਿਟ ਸਕਦਾ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜਾ ਉਹ ਗੁਰੂ ਦੇ ਤੇ ਸੰਗਤ ਦੇ ਵਚਨ ਨੂੰ ਮੇਟਣਾ ਚਾਹੇ, ਉਹ ਮੇਟਣ ਵਾਲਾ ਏਦਾਂ ਹਵਾ ਵਿੱਚ ਉੱਡ ਜਾਂਦਾ ਹੈ, ਸੜ ਬਲ ਕੇ ਜਿਵੇਂ ਸਵਾਹ ਉੱਡਦੀ ਹੈ। ਭਾਈ ਤਬ ਨਵਾਬ ਨੇ ਜਿਉਂ ਫੁਰਮਾਇਆ। ਉਸ ਵੇਲੇ ਫਿਰ ਸੂਬਾ ਜਿਹੜਾ ਸੀ ਲਾਹੌਰ ਦਾ, ਉਹਨੇ ਏਦਾਂ ਕਿਹਾ ਬੰਦ ਅਬ ਜੁਦਾ ਕਰਾਇਆ। ਕਹਿਣ ਲੱਗੇ ਲੈ ਜਾਓ ਵੀ ਮਨੀ ਸਿੰਘ ਨੂੰ ਫੜ ਕੇ ਨਖਾਸ ਚੌਂਕ ਦੇ ਵਿੱਚ ਸਾਰਿਆਂ ਦੇ ਵਹਿੰਦਿਆਂ ਬੰਦ ਜੁਦਾ ਕਰਕੇ ਇਹਨੂੰ ਸ਼ਹੀਦ ਕੀਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਚੰਡਾਲਨ ਸਿੰਘ ਤੁਰਤ ਪੜਾਇਆ। ਆ ਚੰਡਾਲ ਜਿਹੜੇ ਸਨ
ਜਲਾਦ ਉਹਨਾਂ ਦੇ ਹਵਾਲੇ ਸਿਪਾਹੀਆਂ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਰ ਦਿੱਤਾ, ਬਾਹ ਫੜਾ ਦਿੱਤੀ ਜਲਾਦਾਂ ਨੂੰ ਵੀ ਲੈ ਜਾਵੋ। ਨਿਕਾਸ ਚੌਂਕ ਕੇ ਵਿੱਚ ਬਹਾਇਆ। ਲਾਹੌਰ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਨਿਕਾਸ ਚੌਂਕ ਹੈ, ਇੱਥੇ ਸ਼ਹੀਦਾਂ ਦੇ ਸਿੱਖਾਂ ਦੇ ਸਿਰਾਂ ਦੇ ਬੜੇ ਵੱਡੇ ਗੰਜ ਲੱਗੇ ਨੇ। ਗੰਜ ਹੁੰਦੇ ਆ ਜਿਹੜੇ ਢੇਰ ਲੱਗਣੇ, ਵੀ ਸ਼ਹੀਦ ਤਾਂ ਹੋਰ ਵੀ ਕੌਮਾਂ 'ਚ ਹੈਗੇ ਆ, ਪਰ ਜਿਹੜੇ ਸਿੱਖ ਪੰਥ ਦੇ ਵਿੱਚ ਸ਼ਹੀਦ ਹੋਏ ਆ ਇਹਨਾਂ ਦੇ ਵੱਡੇ ਵੱਡੇ ਢੇਰ ਲੱਗੇ ਆ। ਤੇ ਨਖਾਸ ਚੌਂਕ ਦੇ ਵਿੱਚ ਹਜ਼ਾਰਾਂ ਹੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇੱਕ ਖੁੱਲਾ ਚੌਂਕ ਸੀ ਤੇ ਘੋੜਾ ਮੰਡੀ ਵੀ ਨੇੜੇ ਸੀ, ਇਸ ਕਰਕੇ ਇੱਥੇ ਸਿੰਘਾਂ ਨੂੰ ਸ਼ਹੀਦ ਕਰਦੇ ਸੀ ਵੀ ਲੋਕ ਵੇਖਣ ਵੀ ਸਿੱਖਾਂ ਦਾ ਸਰਕਾਰ ਦੇ ਬਾਗੀਆਂ ਦਾ ਅਸੀਂ ਕੀ ਅਸਰ ਕਰਦੇ ਆ। ਭਾਈ ਮਨੀ ਸਿੰਘ ਜੀ ਨੂੰ ਲੈ ਕੇ ਗਏ ਤੇ ਨਿਕਾਸ ਚੌਂਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਜਲਾਦਾਂ ਨੇ ਬਿਠਾ ਦਿੱਤਾ ਤੇ ਭਾਈ ਸਾਹਿਬ ਜੀ ਚੌਂਕੜਾ ਮਾਰ ਕੇ ਬੈਠ ਗਏ। ਚੰਡਾਲ ਬੰਦ ਤਬ ਚਾਰ ਬਤਾਏ। ਜਿਹੜੇ ਚੰਡਾਲ ਸੀ ਨਾ, ਫਿਰ ਕਾਜੀ ਵੀ ਨਾਲ ਗਿਆ, ਉਹਨੇ ਚੰਡਾਲ ਨੂੰ ਕਿਹਾ ਵੀ ਇਹਦਾ ਬੰਦ ਕੱਟਣਾ ਹੈ, ਤੇ ਚੰਡਾਲ ਕਹਿੰਦਾ ਜੀ 4 ਬੰਦ ਹੈ, ਕੱਟ ਦਿੰਨੇ ਹਾਂ। ਬਾਹਾਂ ਟੰਗਾ ਕਰੋ ਜੁਦਾਈ। ਉਹ ਇਹ ਹੈ ਵੀ 2 ਜਿਹੜੇ ਬੰਦ ਹਨ ਜੋੜ ਨੇ ਉਹ ਲੱਤਾਂ ਦੇ ਆ, ਵੀ ਇੱਕ ਜਿਹੜੀ ਮੋਟੇ ਪੱਟੋਂ ਤੇ ਇੱਕ ਗੋਡੇ ਤੋਂ ਵੜ ਦਿੰਦੇ ਆ, ਦੂਜੇ ਪਾਸੇ ਵੀ ਇਦਾਂ ਕਰਦੇ ਆ, ਇੱਕ ਕੂਹਣੀ ਦੇ ਇੱਕ ਮੋਢੇ ਤੋਂ ਬਾਹ ਵੜ ਦਿੰਦੇ ਆ, ਵੀ 4 ਬੰਦ ਹਨ। ਮਨੀ ਸਿੰਘ ਉਨਸੋ ਕਹੀ। ਤੇ ਜਦੋਂ ਇਹ ਆਪਸ ਵਿੱਚ ਸਲਾਹ ਕਰਨ ਲੱਗੇ ਨਾ ਵੀ 4 ਬੰਦ ਨੇ, ਵੀ ਆਪਾਂ ਇਦਾਂ ਵੱਢ ਦਿੰਦੇ ਆ, ਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਉਹ ਚੰਡਾਲਾ ਤੈਨੂੰ ਜਲਾਦ ਕਿਹਨੇ ਬਣਾਇਆ ਹੋਏ? ਤੂੰ ਜਲਾਦ ਤਾਂ ਬਣਿਆ ਏ ਪਰ ਤੈਨੂੰ ਗਿਆਨ ਉੱਕਾ ਹੀ ਨਹੀਂ ਹੈ। ਬੰਦ ਕੋ ਜਾਣਤ ਨਹੀਂ। ਗੁਰੂ ਦਾ ਸਿਦਕੀ ਸਿੰਘ ਕਹਿਣ ਲੱਗਾ ਸਿਦਕ ਵਿਖਾਉਣਾ ਸੀ, ਸਦੀਆਂ ਤੀਕਰ ਜਿਹੜੀ ਗੱਲ ਚੇਤੇ ਰਹੇ ਵੀ ਗੁਰੂ ਕੇ ਸਿੰਘ ਕੈਸੇ ਹਨ। ਜਲਾਦ ਚਾਹੁੰਦਾ ਏ ਵੀ ਕੇਵਲ ਸਰੀਰ ਦੇ 4 ਟੋਟੇ ਕਰ ਦਿੱਤੇ ਜਾਣ, ਤੇ ਭਾਈ ਮਨੀ ਸਿੰਘ ਜੀ ਕਹਿੰਦੇ ਉਹ ਤੈਨੂੰ ਬੰਦ ਦਾ ਹੀ ਗਿਆਨ ਨਹੀਂ, ਤੈਨੂੰ ਜਲਾਦ ਕਿਨੇ ਬਣਾਇਆ? ਵੀ ਤੈਨੂੰ ਇਹ ਵੀ ਨਹੀਂ ਪਤਾ ਵੀ ਬੰਦ ਕੀ ਹੁੰਦਾ ਹੈ। ਬੰਦ ਨਿਜ ਦਿਓ ਬਤਾਈ। ਕਹਿੰਦੇ ਵੀ ਜਾਓ ਜਲਾਦਾ ਤੂੰ ਆਪਣੀ ਤਿਆਰੀ ਕਰ, ਆਪਣੀ ਛੁਰੀ ਆਪਣਾ ਦਾਤਰ ਆਪਣੀ ਕਟਾਰ ਲੈ ਕੇ ਆ। ਕਹਿੰਦੇ ਇਸ਼ਾਰੇ ਦੇ ਨਾਲ ਬੰਦ ਤੈਨੂੰ ਮੈਂ ਦੱਸਦਾ ਵੀ ਬੰਦ ਕੀ ਹੁੰਦਾ ਏ, ਵੀ ਕਿਧਰਾ ਕੱਟੀਦਾ ਏ। ਮੈਂ ਤੂੰ ਛੁਰੀ ਚਲਾ। ਜਿਵੇਂ ਭਾਈ ਮਨੀ ਸਿੰਘ ਕਹਿੰਦੇ ਮੈਂ ਤੈਨੂੰ ਇਸ਼ਾਰਾ ਕਰਾਂਗਾ ਉਦਾਂ ਤੂੰ ਆਪਣੀ ਛੁਰੀ ਚਲਾਉਂਦਾ ਜਾਏ। ਇਹ ਵੀ ਇਤਿਹਾਸ ਦੇ ਵਿੱਚ ਕਈ ਥਾਂ ਲਿਖਿਆ ਵੀ ਭਾਈ ਮਨੀ ਸਿੰਘ ਜੀ ਦਾ ਹੱਥ ਇੱਕ ਲੱਕੜ ਦੇ ਗੱਟੂ ਦੇ ਉੱਤੇ ਰੱਖ ਕੇ ਤੇ ਜਲਾਦ ਸਿੱਧਾ ਜਿਹੜਾ ਸੀ ਉਹ ਕੂਣੀ ਤੋਂ ਵੱਢਣ ਲੱਗਾ। ਤੇ ਭਾਈ ਮਨੀ ਸਿੰਘ ਕਹਿੰਦੇ ਉਹ ਬੇਅਕਲਿਆ ਤੂੰ ਆਪਣੇ ਮਾਲਕ ਦਾ ਹੁਕਮ ਨਹੀਂ ਮੰਨਦਾ, ਤੇਰੇ ਮਾਲਕ ਨੇ ਕਿਹਾ ਹੈ ਵੀ ਮਨੀ ਸਿੰਘ ਦਾ ਬੰਦ ਕੱਟਿਆ ਜਾਵੇ ਤੇ ਤੈਨੂੰ ਬੰਦ ਦਾ ਗਿਆਨ ਨਹੀਂ। ਤੇ ਉਹ ਇੱਕ ਵਾਰਾਂ ਤੇ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਵੀ ਅਸੀਂ ਇਹਨੂੰ ਮਾਰਨ ਲੱਗੇ ਆ, ਸਜ਼ਾ ਦੇਣ ਲੱਗੇ ਆ ਗੁਰੂ ਕੇ ਸਿੱਖ ਨੂੰ, ਤੇ ਇਹ ਸਾਨੂੰ ਕਹਿੰਦਾ ਵੀ ਤੈਨੂੰ ਬੰਦ ਦਾ ਪਤਾ ਨਹੀਂ, ਵੀ ਮੈਂ ਦੱਸਦਾ ਤੇ ਜਿੱਥੇ ਮੈਂ ਹੱਥ ਰੱਖਾਂਗਾ ਤੂੰ ਉੱਥੇ ਵਾਰ ਕਰੀ। ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ ਵੀ ਮੈਂ ਇਸ਼ਾਰਾ ਕਰੀ ਜਾਊਂਗਾ ਤੇ ਤੂੰ ਉਸੇ ਵੇਲੇ ਜਲਾਦਾ ਆਪਣੀ ਛੁਰੀ ਚਲਾ ਕੇ ਤੇ ਉੱਥੋਂ ਮੇਰੇ ਸਰੀਰ ਦੇ ਬੰਦ ਹੁੰਦਾ ਹੈ, ਜਿਹੜੇ ਜੋੜ ਹੁੰਦੇ ਨੇ ਜਿੱਥੋਂ ਸਰੀਰ ਆਪਣਾ ਕਹਿ ਲਓ ਵੀ ਫੋਲਡ ਹੋ ਜਾਂਦਾ ਹੈ, ਜਿੱਥੋਂ ਅੰਦਰ ਨੂੰ ਮੁੜ ਜਾਂਦੇ ਨੇ ਅੰਗ, ਉਹਨੂੰ ਬੰਦ ਕਹਿੰਦੇ ਨੇ। ਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਤੈਨੂੰ ਮੈਂ ਇਸ਼ਾਰਾ ਕਰੀ ਜਾਵਾਂਗਾ ਬੰਦ ਦਾ, ਤੇ ਤੂੰ ਉਹ ਆਪਣੀ ਛੁਰੀ ਚਲਾਈ ਜਾਵੇਂ। ਪਹਿਲੇ ਉਂਗਲੀਆਂ ਕੋਟੇ ਕਟਾਏ। ਇਦਾਂ ਜਲਾਦ ਨੂੰ ਇੱਕ ਵਾਰ ਸਮਝਾਤਾ ਤੇ ਆਪ ਭਾਈ ਮਨੀ ਸਿੰਘ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰਤਾ। ਬਾਣੀ ਦਾ ਪਾਠ ਚੱਲ ਰਿਹਾ ਹੈ ਤੇ ਸਿੱਖ ਨੇ ਪਹਿਲਾਂ ਆਪਣਾ ਸੱਜੇ ਹੱਥ ਸੱਜੀ ਬਾਹ ਜਿਹੜੀ ਹੈ ਅੱਗੇ ਕੀਤੀ, ਇਸ਼ਾਰਾ ਕੀਤਾ ਜਲਾਦਾ ਆ ਜਿਹੜਾ ਮੇਰਾ ਪੋਟਾ ਏ ਇਹ ਪਹਿਲਾਂ ਆਪਣੀ ਛੁਰੀ ਦਾ ਇੱਥੋਂ ਵਾਰ ਕਰ। ਫੇਰ ਮੱਧ ਗੰਢੋ ਬੰਦ ਛੁਡਾਏ। ਭਾਈ ਮਨੀ ਸਿੰਘ ਜੀ ਦਾ ਇਸ਼ਾਰਾ ਪਾ ਕੇ ਜਲਾਦ ਨੇ ਸੱਜੇ ਹੱਥ ਦੀ ਜਿਹੜੀ ਉਂਗਲ ਹੈ ਉਂਗਲ ਤੇ ਪੋਟੇ ਕੱਟੇ। ਜਦੋਂ ਪੋਟਿਆਂ ਨੂੰ ਕੱਟਿਆ ਗਿਆ ਫਿਰ ਜਿਹੜਾ ਵਿਚਕਾਰਲਾ ਹਿੱਸਾ ਹੈ, ਵਿਚਕਾਰਲੀ ਉਂਗਲੀ ਦੀ ਗੰਢ ਹੈ, ਭਾਈ ਮਨੀ ਸਿੰਘ ਜੀ ਕਹਿੰਦੇ ਹੁਣ ਇਥੋਂ ਦੂਸਰੇ ਜੋੜ ਤੋਂ ਕੱਟ। ਉਂਗਲੀ 30 ਵਾਰ ਕਟਾਈ। ਜਦੋਂ ਦੂਜੀ ਵਾਰ ਏਦਾਂ ਹੋਇਆ ਤੇ ਫਿਰ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਆ ਉਂਗਲ ਦਾ ਤੀਸਰਾ ਬੰਦ ਹੈ। 3 ਬੰਦ ਹੁੰਦੇ ਨੇ ਨਾ, ਇੱਕ ਪੋਟਾ ਹੈ, ਇੱਕ ਵਿਚਕਾਰਲਾ ਉਂਗਲ ਦਾ ਹਿੱਸਾ ਹੈ ਤੇ ਇੱਕ ਥੱਲਲਾ ਹਿੱਸਾ। ਪਹਿਲਾਂ ਪੋਟੇ ਤੋਂ ਕਟਾਇਆ, ਫਿਰ ਵਿਚਕਾਰਲੀ ਆਪਣੀ ਉਂਗਲ ਗੰਢ ਤੋਂ ਕਟਾਈ ਤੇ ਫਿਰ ਉਸ ਗੰਢ ਤੋਂ ਥੱਲੇ ਤੀਸਰੀ ਵਾਰ ਇੱਕ ਉਂਗਲ ਦੇ 3 ਟੋਟੇ ਕੀਤੇ
ਤੇ ਸਾਧ ਸੰਗਤ 4 ਉਂਗਲਾਂ ਤੇ 1 ਅੰਗੂਠਾ 15 ਟੋਟੇ ਕੇਵਲ ਇੱਕ ਹੱਥ ਦੇ ਭਾਈ ਮਨੀ ਸਿੰਘ ਜੀ ਨੇ ਕਰਾਏ। ਫਿਰ ਪਹੁੰਚੇ ਸੋ ਬੀਣੀ ਛੁਟਾਈ। ਤੇ ਫੇਰ ਕਹਿੰਦੇ ਵੀ ਉਹ ਸਿੱਧਾ ਜਿਹੜਾ ਸੀ ਨਾ, ਜਿਹੜਾ ਜਲਾਦ ਸੀ, ਉਹ ਕੂਣੀ ਨੂੰ ਵੱਢਣ ਲੱਗਾ ਵੀ ਬਾਹ ਨੂੰ ਵਿਚਕਾਰੋਂ ਮੈਂ ਵੱਢ ਦਿੰਦਾ, ਇਹ ਵੀ ਇਹ ਜੋੜ ਹੈ। ਭਾਈ ਮਨੀ ਸਿੰਘ ਜੀ ਨੇ ਫੇਰ ਰੋਕ ਦਿੱਤਾ, ਕਹਿਣ ਲੱਗੇ ਆ ਜਿਹੜਾ ਮੇਰਾ ਗੁੱਟ ਹੈ ਨਾ, ਇਹ ਵੀ ਜੋੜ ਹੈ ਤੇ ਤੂੰ ਇੱਥੇ ਆਪਣਾ ਵਾਰ ਕਰ। ਫਿਰ ਪਹੁੰਚੇ ਸੋ ਬੀਣੀ ਛੁਡਾਈ। ਭਾਈ ਮਨੀ ਸਿੰਘ ਜੀ ਨੇ ਆਪਣਾ ਪਹੁੰਚਾ ਪਾਪੀ ਆਪਣਾ ਗੁੱਟ ਵਾਲਾ ਜਿਹੜਾ ਹੱਥ ਸੀ, ਪਹਿਲਾਂ ਇਹਨੂੰ ਅੱਡ ਕਰਾਇਆ, ਹੱਥ ਦੀਆਂ ਉਂਗਲਾਂ ਅਲੱਗ ਹੋ ਗਈਆਂ, ਹੱਥ ਦਾ ਗੁੱਟ ਅਲੱਗ ਹੋ ਗਿਆ। ਤੇ ਫਿਰ ਕਹਿੰਦੇ ਹੁਣ ਜਲਾਦਾ ਇਸ ਕੂਣੀ ਤੇ ਵਾਰ ਕਰ। ਡਾਲ ਚਾਹੇ ਫਿਰ ਮੋਢਿਓਂ ਲਹਾਈ। ਜਿਹੜਾ ਜਲਾਦ ਸੀ ਨਾ ਉਹ ਤੇ ਅੱਕ ਗਿਆ, ਜਿਹੜਾ ਸਿੰਘ ਟੋਟੇ ਕਰਾ ਰਿਹਾ ਸਰੀਰ ਦਾ, ਉਹ ਤੇ ਬਾਣੀ ਪੜ ਰਿਹਾ, ਉਹਨੂੰ ਪਰਵਾਹ ਕੋਈ ਨਹੀਂ। ਤੇ ਜਿਹੜਾ ਜਲਾਦ ਜਿਹਦਾ ਨਿਤ ਕੰਮ ਹੀ ਲੋਕਾਂ ਨੂੰ ਮਾਰਨਾ ਕਤਲ ਕਰਨਾ ਸੀ, ਕਹਿੰਦੇ ਉਹ ਵੀ ਹੰਬ ਗਿਆ। ਉਹ ਚਾਹੁੰਦਾ ਹੈ ਵੀ ਸਿੱਧਾ ਮੋਢੇ ਤੋਂ ਬਾਹ ਵੱਢ ਕੇ ਤੇ ਕੰਮ ਨਵੇੜਾ। ਭਾਈ ਮਨੀ ਸਿੰਘ ਜੀ ਕਹਿੰਦੇ ਨਾ, ਸਿੱਧਾ ਮੋਢੇ ਦੇ ਵਾਰ ਨਹੀਂ ਕਰਨਾ, ਪਹਿਲਾਂ ਕੂਣੀ ਤੋਂ, ਪਹਿਲਾਂ ਇਥੋਂ ਅਰਕ ਤੋਂ ਵੱਢ। ਮਨੀ ਸਿੰਘ ਗਈ ਕੂਣੀ ਅੜਾਈ। ਏਦਾਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਅੱਗੇ ਫਿਰ ਆਪਣੀ ਜਿਹੜੀ ਕੂਣੀ ਅੜਾ ਦਿੱਤੇ। ਕੂਣੀ ਕਟਾਏ ਫਿਰ ਮੋਢਿਓਂ ਲਹਾਈ। ਤੇ ਜਦੋਂ ਅਰਕ ਤੋਂ ਵੱਢ ਦਿੱਤਾ ਤੇ ਫਿਰ ਆਪਣਾ ਮੋਢਾ ਵਢਾਇਆ। ਸੱਜੀ ਕਟਾਏ ਫਿਰ ਖੱਬੀ ਕੜਾਈ। ਇਹਦਾ ਕਹਿੰਦੇ ਵੀ ਪਹਿਲਾਂ ਸੱਜੀ ਬਾਹ ਕਟਾਈ ਹੈ ਕਰਾਂ, ਫਿਰ ਆਪਣੇ ਧਿਆਨ ਚ ਲੈ ਆਵੋ। ਪਹਿਲਾਂ ਆਪਣੇ ਉਂਗਲਾਂ ਦੇ ਹੱਥ ਦੀਆਂ ਉਂਗਲਾਂ ਦੇ ਪੋਟੇ ਕਟਾਏ, ਫਿਰ ਵਿਚਕਾਰ ਲਈਆਂ ਉਂਗਲਾਂ, ਫਿਰ ਉਹ ਤੋਂ ਥੱਲ ਲਈਆਂ। ਇਹਦਾ 3 ਬੰਦ ਹੈ ਅੰਗੂਠੇ ਦੇ ਸਮੇਤ, 15 ਬੰਦ ਜਿਹੜੇ ਉਂਗਲਾਂ ਦੇ ਕਟਾਏ। 16ਵਾਂ ਬੰਦ ਜਿਹੜਾ ਹੈ ਜਿੱਥੋਂ ਆਪਣਾ ਗੁੱਟ ਤਾਂਠਾ ਹੁੰਦਾ ਹੈ ਇਹ ਵਢਾਇਆ। 17ਵਾਂ ਬੰਦ ਜਿਹੜਾ ਹੈ ਕੂਣੀ ਵਾਲੇ ਥਾਂ ਤੋਂ ਵਢਾਇਆ। ਤੇ 18ਵਾਂ ਬੰਦ ਜਿਹੜਾ ਹੈ ਭਾਈ ਮਨੀ ਸਿੰਘ ਜੀ ਨੇ ਮੋਢੇ ਤੋਂ ਵਢਾਇਆ। ਤੇ ਜਦੋਂ ਸੱਜੀ ਬਾਹ ਦੇ ਇੰਨੇ ਹਿੱਸੇ ਕੀਤੇ, ਫਿਰ ਭਾਈ ਮਨੀ ਸਿੰਘ ਜੀ ਨੇ ਆਪਣੀ ਖੱਬੀ ਬਾਹ ਅੱਗੇ ਕਰ ਦਿੱਤੀ, ਜਲਾਦ ਨੂੰ ਫੜਾ ਦਿੱਤੇ। ਵੀ ਪੋਟਿਓਂ ਬੰਦ ਕਟਾਇਆ। ਤੇ ਉਸੇ ਤਰ੍ਹਾਂ ਕਹਿੰਦੇ ਵੀ ਇਹ ਨਹੀਂ ਵੀ ਇੱਕ ਰੰਗ ਦੇ ਸੱਟ ਖਾਲੀ ਹੈ, ਜਿਵੇਂ ਇੱਕ ਬਾਹ ਦੇ ਟੋਟੇ ਕਰਾਏ ਆ। ਜਲਾਦ ਕਹਿੰਦਾ ਹੁਣ ਸਿੱਧਾ ਮੋਢੇ ਤੋਂ ਵੜਦਾ ਖੱਬੀ ਬਾਹ। ਭਾਈ ਮਨੀ ਸਿੰਘ ਜੀ ਕਹਿੰਦੇ ਜਿੱਦਾਂ ਸੱਜੀ ਬਾਹ ਨਾਲ ਕੀਤਾ, ਖੱਬੀ ਨਾਲ ਵੀ ਉਸੇ ਤਰ੍ਹਾਂ ਕਰ। ਤੇ ਇਸੇ ਤਰ੍ਹਾਂ ਖੱਬੀ ਬਾਹ ਦੇ ਵੀ ਪਹਿਲਾਂ ਪੋਟੇ ਵੱਢੇ ਗਏ। ਆ ਫਿਰ ਕਹਿੰਦੇ ਉਂਗਲਾਂ ਦੀਆਂ ਗੱਠਾਂ, ਫਿਰ ਅੰਗੂਠਾ, ਅੰਗੂਠੇ ਦੇ ਜਿਹੜੇ ਪੋਟੇ ਥੱਲੇ ਹੇਠਾਂ ਵਾਲੇ ਜੋੜ ਸਨ, ਉਹਨਾਂ ਬੰਦਾਂ ਨੂੰ ਵੀ ਖੱਬੇ ਪਾਸੇ ਆਇਆਂ ਨੂੰ ਉਸੇ ਤਰ੍ਹਾਂ ਜਲਾਦ ਨੇ ਕੱਟਿਆ। ਸੱਜੀ ਜਿਮ ਖੱਬੀ ਕਟੀ ਤਉ ਦੀਨੋਂ ਚਰਨ ਚਲਾਏ। ਜਦੋਂ ਸੱਜੀ ਬਾਹ ਦੀ ਤਰ੍ਹਾਂ ਹੀ 18 ਵਾਰ ਕਰਕੇ ਖੱਬੀ ਬਾਹ ਦਾ ਬੰਦ ਕੱਟਿਆ ਗਿਆ। ਤੇ ਭਾਈ ਮਨੀ ਸਿੰਘ ਜੀ ਬਾਣੀ ਪੜ੍ਹ ਰਹੇ ਸੀ, ਚੌਂਕੜਾ ਮਾਰਿਆ। ਜਦੋਂ ਬਾਹਾਂ ਵੱਡੀਆਂ ਗਈਆਂ ਜੋੜਾਂ ਦੇ ਸਮੇਤ, ਤੇ ਫਿਰ ਆਪਣੀਆਂ ਲੱਤਾਂ ਸਿੱਧੀਆਂ ਕਰ ਦਿੱਤੀਆਂ। ਗੋਡੇ ਪੈਰਨ ਕਟੇ ਤੇ ਗਲਮੋਂ ਗੋਡੇ ਕਟਾਏ। ਤੇ ਇਸੇ ਤਰ੍ਹਾਂ ਜਿਹੜੇ ਪੈਰ ਦੀਆਂ ਉਂਗਲਾਂ ਨੇ, ਪਹਿਲਾਂ ਉਂਗਲਾਂ ਦੇ ਪੋਟੇ ਕਟਾਏ, ਫਿਰ ਅੰਦਰਲਾ ਜੋੜ ਕਟਾਇਆ। ਇਸ ਢੰਗ ਦੇ ਨਾਲ ਫਿਰ ਗਿੱਟੇ ਵਾਲਾ ਜਿਹੜਾ ਜੋੜ ਸੀ ਉੱਥੇ ਵਾਰ ਕਰਾਇਆ। ਫਿਰ ਕਹਿੰਦੇ ਹੁਣ ਜਲਾਦ ਨੂੰ ਕਹਿੰਦੇ ਮੇਰੇ ਗੋਡੇ ਵਾਲਾ ਜਿਹੜਾ ਜੋੜ ਆ ਇਹ ਕੱਟ। ਭਾਈ ਤਬ ਇੱਕ ਦੇਖਿਓ ਸੈਯਦ ਤਮਾਸ਼ਾ। ਜਦੋਂ ਭਾਈ ਮਨੀ ਸਿੰਘ ਸਾਹਿਬ ਸਿਦਕ ਦੇ ਨਾਲ ਅੜੋਲ ਬੈਠੇ ਐ, ਬਾਣੀ ਪੜ ਰਹੇ ਐ, ਬੰਦ ਕੱਟਿਆ ਜਾ ਰਿਹਾ ਏ, ਤੇ ਜਲਾਦ ਨੂੰ ਖੁਦ ਦੱਸ ਰਹੇ ਨੇ ਇੱਥੇ ਵਾਰ ਕਰ, ਇੱਥੇ ਵਾਰ ਕਰ। ਤੇ ਇੱਕ ਸੈਯਦ ਖਲੋਤਾ ਭੀੜ ਦੇ ਵਿੱਚ ਸਾਰਾ ਤਮਾਸ਼ਾ ਵੇਖ ਰਿਹਾ ਸੀ ਵੀ ਕਿਵੇਂ ਗੁਰੂ ਕਾ ਸਿੱਖ ਅੜੋਲ ਬੈਠਾ ਏ। ਜਦੋਂ ਉਹਨੇ ਇਹ ਕੌਤਕ ਵੇਖਿਆ ਤੇ ਉਹਦੇ ਤੇ ਕਹਿੰਦੇ ਖਲੋਤੇ ਦੇ ਸਾਹ ਫੁੱਲ ਗਏ। ਕਹਿੰਦਾ ਇਦਾਂ ਵੀ ਹੋ ਸਕਦਾ ਹੈ ਵੀ ਆਪ ਅੱਗੇ ਹੱਥ ਕਰਕੇ ਉਂਗਲ ਦਾ ਪੋਟਾ ਵੱਢ, ਵਿਚਕਾਰਲੀ ਗੰਢ ਵੱਢ, ਥੱਲਲਾ ਹਿੱਸਾ ਵੱਢ, ਗੁੱਟ ਵੱਢ, ਕੋਹਣੀ ਵੱਢ, ਗੋਡਾ ਵੱਢ, ਤੇ ਦੋਵੇਂ ਬਾਹਾਂ ਦੇ 18 36 ਵਾਰ ਕਰਾ ਕੇ ਤੇ ਪੈਰ ਅੱਗੇ ਕਰਕੇ ਕਹਿੰਦਾ ਹੁਣ ਪੈਰ ਦੇ ਪੋਟੇ ਵੱਢ, ਵਿਚਕਾਰਲਾ ਹਿੱਸਾ ਵੱਢ, ਫਿਰ ਗਿੱਟੇ ਵਾਲਾ ਜੋੜ ਵੱਢ, ਗੋਡੇ ਵਾਲਾ ਜੋੜ ਵੱਢ, ਤੇ ਮੋਢੇ ਪੱਟ ਵਾਲਾ ਜੋੜ ਵੱਢ। ਜਦੋਂ ਇਹ ਕਰਦੇ ਆ ਤੇ ਇਸ਼ਾਰੇ ਕਰ ਕਰਕੇ ਆਪਣੇ ਸਰੀਰ ਦੇ ਟੋਟੇ ਕਰਾਉਂਦੇ ਆ। ਇੱਕ ਸੈਯਦ ਨੇ ਵੇਖਿਆ ਤੇ ਇਹਦੇ ਸਾਹ ਫੁੱਲ ਗਏ। ਸੈਯਦ ਨੇ ਵਿਚਾਰਿਆ ਵੀ ਇਹ ਜਿਹੜਾ ਸਿਦਕੀ ਸਿੱਖ ਹੈ ਨਾ,
ਜਿਹੜਾ ਐਡਾ ਸਿਦਕੀ ਹੈ, ਜੇ ਇਹ ਆਪਣੇ ਮੁਖ ਤੋਂ ਇੱਕ ਬਚਨ ਕਰ ਦਵੇ ਨਾ ਵੀ ਸਾਰੇ ਤੁਰਕਾਂ ਦਾ ਮੁਸਲਮਾਨਾਂ ਦਾ ਨਾਸ ਹੋ ਜਾਵੇ, ਜਾਵਕ ਸਤ ਵਲਾਇਤ ਤਾਪ ਇਹਦਾ ਬਚਨ ਖਾਲੀ ਨਹੀਂ ਜਾਣਾ, ਇਹਦਾ ਕੀਤਾ ਹੋਇਆ ਬਚਨ ਸੱਤ ਵਲੈਤਾਂ ਤੀਕਰ ਜਾ ਕੇ ਜਿੱਥੇ ਜਿੱਥੇ ਵੀ ਤੁਰਕਾਂ ਦਾ ਰਾਜ ਹੈ, ਜਿੱਥੇ ਜਿੱਥੇ ਵੀ ਮੁਸਲਮਾਨਾਂ ਦਾ ਰਾਜ ਹੈ, ਉਹ ਸਾਰਾ ਗਰਕ ਕਰ ਦਵੇਗਾ ਜੇ ਇਹ ਸਿੱਖ ਨੇ ਇੱਕ ਵਾਰ ਆਪਣੀ ਜ਼ੁਬਾਨ ਤੋਂ ਵਾਕ ਕਹਿ ਦਿੱਤਾ ਵੀ ਤੁਰਕਾਂ ਦਾ ਥੇ ਹੋਵੇ ਤੇ ਸੱਤਾਂ ਵਲਾਇਤਾਂ ਦੇ ਵਿੱਚ ਸਾਰੇ ਤੁਰਕ ਨਾਸ ਹੋ ਜਾਣਗੇ। ਤੰਦਲੀ ਤੋਂ ਸਿੱਧ ਕਰਾਇ ਕਿਉਂਕਿ ਜਿਹੜਾ ਇਹ ਸੈਯਦ ਸੀ ਨਾ, ਇਹਨੇ ਸੁਣਿਆ ਸੀ ਵੀ ਇੱਕ ਧਾਂਦਲੀ ਨਾਮ ਦਾ ਸਿੱਧ ਪੁਰਖ ਹੋਇਆ, ਮਹਾਂਪੁਰਖ ਹੋਇਆ, ਇਹ ਕੋਈ ਕਰਨੀ ਵਾਲਾ। ਇਸ ਕੋ ਚੇਲਾ ਕਿਸ਼ਕ ਅਕਾਇਓ ਉਹਦਾ ਅੱਗੇ ਇੱਕ ਚੇਲਾ ਸੀ ਤੇ ਉਹਦੇ ਚੇਲੇ ਨੂੰ ਕਿਸੇ ਸ਼ਹਿਰ ਦੇ ਲੋਕਾਂ ਨੇ ਥੋੜਾ ਬਹੁਤ ਦੁਖੀ ਕੀਤਾ, ਤੰਗ ਕੀਤਾ। ਏਕ ਪਟਨ ਕੋ ਨਿਕਸਿਓ ਬੋਲ ਤੇ ਜਦੋਂ ਉਹਨਾਂ ਨੇ ਉਹ ਸਾਧੂ ਦੇ ਚੇਲੇ ਨੂੰ ਤੰਗ ਕੀਤਾ ਤੇ ਸਾਧੂ ਦੇ ਮੁਖ ਤੋਂ ਇੱਕ ਵਚਨ ਨਿਕਲਿਆ, ਕਿਉਂਕਿ ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ, ਜਿਹੜਾ ਕੋਈ ਮਹਾਂਪੁਰਖ ਨੂੰ ਮਖੌਲ ਕਰਨਾ ਹੈ ਆਪਣਾ ਖਾਨਦਾਨ ਗਰਕ ਕਰਾਉਣ ਵਾਲੀ ਗੱਲ ਹੈ। ਤੇ ਇਹ ਸੈਯਦ ਨੇ ਸੁਣਿਆ ਸੀ ਵੀ ਇੱਕ ਸਿੱਧ ਦੇ ਚੇਲੇ ਨੇ ਕਿਹਾ ਸੀ ਜਿਹੜੇ ਲੋਕ ਤੰਗ ਹੀ ਕਰਦੇ ਸਨ, ਅਜੇ ਮਾਰਿਆ ਵੀ ਨਹੀਂ, ਵੀ ਤੁਹਾਡਾ ਸਾਰਾ ਸ਼ਹਿਰ ਗਰਕ ਹੋ ਜਾਵੇ। 18 ਗਰਕ ਗਏ ਇੱਕ ਤੋਲ ਕਹਿੰਦੇ ਵੀ ਉਹਦੇ ਇੱਕ ਵਾਰ ਕਹਿਣ ਦੇ ਨਾਲ ਜਿਹੜੀ ਜ਼ੁਬਾਨ ਤੋਂ ਗੱਲ ਉਸ ਸਾਧੂ ਦੇ ਮੁਖ ਤੋਂ ਨਿਕਲ ਗਈ, ਸ਼ਹਿਰ ਦੇ ਜਿਹੜੇ 18 ਦੇ 18 ਨਗਰ ਸਨ ਸਾਰੇ ਹੀ ਗਰਕ ਹੋ ਗਏ। ਧੂਤੇ ਗਨ ਤਿਨ ਮਿਆਨ ਨਿਕਾਲ ਉਹ ਇਹਦਾ ਸੋਚ ਹੀ ਰਿਹਾ ਸੀ ਵੀ ਏਦਾਂ ਨਾ ਹੋਵੇ ਵੀ ਇਹ ਸਿੱਖ ਜ਼ੁਬਾਨ ਤੋਂ ਕੋਈ ਬਚਨ ਕਰਦੇ ਤੇ ਸਾਡਾ ਬੇੜਾ ਗਰਕ ਹੋ ਜੇ। ਇਹਨੇ ਨੂੰ ਜਲਾਦ ਨੇ ਵੇਖਿਆ ਵੀ ਬਾਕੀ ਤਾਂ ਸਾਰੇ ਸਰੀਰ ਦੇ ਬੰਦ ਕੱਟੇ ਜਾ ਚੁੱਕੇ ਹਨ, ਹੁਣ ਕੇਵਲ ਗਰਦਨ ਵਾਲਾ ਬੰਦ ਰਹਿ ਗਿਆ। ਇਹਨੇ ਤੇਗ ਧੂ ਕੇ ਮਿਆਨ ਦੇ ਵਿੱਚੋਂ ਮਾਰ ਮਨੀ ਸਿੰਘ ਗਰੀਬ ਉਤਾਰੀ ਭਾਈ ਮਨੀ ਸਿੰਘ ਜੀ ਦੀ ਧੌਣ ਤੇ ਕਿਰਪਾਨ ਦਾ ਵਾਰ ਕਰਕੇ ਤੇ ਭਾਈ ਮਨੀ ਸਿੰਘ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੱਤਾ। ਜੀ ਮੁਖ ਗੁਰ ਪੜ ਤੋਂ ਬਾਣੀ ਕਹਿੰਦੇ ਜਦੋਂ ਬੰਦ ਕੱਟਿਆ ਜਾ ਰਿਹਾ ਸੀ, ਇਸ਼ਾਰਿਆਂ ਨਾਲ ਜਲਾਦ ਨੂੰ ਦੱਸ ਰਹੇ ਇੱਥੇ ਮਾਰ ਇੱਥੇ ਮਾਰ, ਤੇ ਜਦੋਂ ਸਿਰ ਦੇ ਉੱਤੇ ਧੌਣ ਤੇ ਵਾਰ ਕੀਤਾ ਤੇ ਉਦੋਂ ਵੀ ਸੁਖਮਣੀ ਸਾਹਿਬ ਜੀ ਦਾ ਭਾਈ ਸਾਹਿਬ ਪਾਠ ਕਰ ਰਹੇ ਸਨ। ਕੁਛ ਪੀੜ ਦੇਹ ਹੁਣ ਜਾਣੀ ਜਿੰਨਾ ਮਰਜੀ ਸਰੀਰ ਦੇ ਟੋਟੇ ਕੀਤੇ ਗਏ, ਪਰ ਭਾਈ ਮਨੀ ਸਿੰਘ ਜੀ ਨੇ ਆਪਣੀ ਦੇਹ ਤੇ ਆਪਣੇ ਸਰੀਰ ਤੇ ਕੋਈ ਦਰਦ ਨਹੀਂ ਮੰਨਿਆ, ਕਿਸੇ ਤਰ੍ਹਾਂ ਦੀ ਪੀੜ ਨਾ ਮੰਨੇ। ਦੇਹ ਰੂਪ ਤੋਂ ਸਿੰਘ ਜੀ ਉਹਦਾ ਧਾਰਿਓ ਕਾਰਨ ਇਹ ਸੀ ਵੀ ਭਾਈ ਮਨੀ ਸਿੰਘ ਜੀ ਬਦੇਹ ਮੁਕਤ ਸਨ। ਦੇਹ ਦੇ ਦੁੱਖ ਤੇ ਸੁੱਖ ਦੋਵਾਂ ਤੋਂ ਉੱਪਰ ਉੱਠ ਜਾਣਾ ਇਹ ਬਦੇਹ ਮੁਕਤ ਅਵਸਥਾ ਹੈ। ਸਾਡੇ ਕੰਡਾ ਚੁਵੇ ਸੂਈ ਚੁਵੇ ਤੱਤਾ ਠੰਡਾ ਲੱਗੇ ਸਾਨੂੰ ਪਤਾ ਲੱਗਦਾ ਹੈ, ਸਾਡੇ ਸਰੀਰ ਦੀ ਕੋਈ ਮਾਲਿਸ਼ ਕਰੇ ਅਸੀਂ ਸੁੱਖ ਮੰਨਦੇ ਆ, ਕੋਈ ਸਰੀਰ ਦੇ ਉੱਤੇ ਵਾਰ ਕਰੇ ਅਸੀਂ ਦੁੱਖ ਮੰਨਦੇ ਆ। ਪਰ ਭਾਈ ਮਨੀ ਸਿੰਘ ਸਾਹਿਬ ਜੀ ਇਸ ਅਵਸਥਾ ਤੋਂ ਉੱਪਰ ਉੱਠੇ ਸੀ, ਭਾਵੇਂ ਕੋਈ ਉਹਨਾਂ ਦੀ ਮਾਲਿਸ਼ ਕਰੀ ਜਾਵੇ ਤੇ ਕੋਈ ਸੁੱਖ ਨਹੀਂ ਸੀ ਮੰਨਦੇ, ਤੇ ਭਾਵੇਂ ਉਹਨਾਂ ਦਾ ਬੰਦ ਕੱਟਿਆ ਜਾ ਰਿਹਾ ਸੀ ਕੋਈ ਦੁੱਖ ਨਹੀਂ ਮੰਨਿਆ। ਇਹਨੂੰ ਬਦੇਹ ਮੁਕਤ ਅਵਸਥਾ ਕਹਿੰਦੇ ਨੇ। ਭਾਈ ਮਨੀ ਸਿੰਘ ਸਾਹਿਬ ਜੀ ਦੇਹ ਤੋਂ ਉੱਪਰ ਉੱਠ ਚੁੱਕੇ ਸਨ। ਮੁਖ ਤੋਂ ਸ਼ਬਦ ਬਦੇਹ ਉਚਾਰੇ ਇਸ ਕਰਕੇ ਮੁਖ ਤੋਂ ਸ਼ਬਦ ਪੜ ਰਹੇ ਸੀ, ਬਦੇਹ ਮੁਕਤ ਹੋਏ ਗੁਰਬਾਣੀ ਪੜ ਰਹੇ ਸਨ। ਆਠ ਸੁਖਮਨੀ ਮੁਖੋਂ ਉਚਰੈ ਸਰੀਰ ਦੇ ਟੋਟੇ ਕੀਤੇ ਜਾ ਰਹੇ ਆ, ਪਰ ਮੁਖ ਤੋਂ ਭਾਈ ਮਨੀ ਸਿੰਘ ਸਾਹਿਬ ਸੁਖਮਣੀ ਸਾਹਿਬ ਪੜ ਰਹੇ ਹਨ। ਨਹਿ ਕਿਛ ਜਨਮ ਨਹਿ ਕਿਛ ਮਰੈ ਤੇ ਜਦੋਂ ਉਹਨਾਂ ਦੀ ਗਰਦਨ ਦੇ ਉੱਤੇ ਸੀਸ ਤੇ ਵਾਰ ਕੀਤਾ ਜਲਾਦ ਨੇ, ਉਸ ਵੇਲੇ ਪੰਕਤੀ ਪੜ ਰਹੇ ਸੀ, ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪੇ ਹੀ ਕਰੇ। ਵੀ ਜਿਹੜਾ ਪਰਮੇਸ਼ਰ ਹੈ ਇਹ ਆਪਣੇ ਚਰਿੱਤਰ ਹੀ ਕਰ ਰਿਹਾ, ਨਾ ਕੋਈ ਜੰਮਦਾ ਹੈ ਤੇ ਨਾ ਕੋਈ ਮਰਦਾ ਹੈ। ਮਰਨ ਸਪਨ ਕੇ ਸੀਸ ਪੈ ਸੁਖਲ ਮਰਨ ਹੈ ਤਾਹੇ। ਆ ਮਰਨਾ ਤੇ ਸਾਰਿਆਂ ਦੇ ਕਹਿੰਦੇ ਸਿਰ ਤੇ ਇੱਕ ਦਿਨ ਆਉਣਾ ਹੀ ਹੈ, ਪਰ ਜਿਹੜਾ ਮਰਨੇ ਨੂੰ ਸਫਲਾ ਕਰ ਜਾਂਦਾ ਹੈ, ਅਸਲੀ ਮਰਨਾ ਤੇ ਉਹ ਹੈ ਮਰਨਾ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ। ਕਹਿੰਦੇ ਮਰਦੇ ਤਾਂ ਬਹੁਤ ਲੋਕ ਨੇ, ਪਰ ਜਿਹੜੇ ਆਪਣਾ ਮਰਨਾ ਸਵਾਰ ਜਾਂਦੇ ਨੇ, ਸਫਲਾ ਕਰ ਜਾਂਦੇ ਹਨ,
ਉਹ ਮਰਨਾ ਕਹਿੰਦੇ ਵੀ ਸੱਚਾ ਹੈ। ਮਰ ਤੇ ਸਾਰਿਆਂ ਨੇ ਜਾਣਾ, ਮੌਤ ਤੇ ਸਾਰਿਆਂ ਦੇ ਸਿਰ ਤੇ ਆਉਣੀ ਹੈ, ਪਰ ਜਿਹੜੀ ਮੌਤ ਭਾਈ ਮਨੀ ਸਿੰਘ ਸਾਹਿਬ ਜੀ ਤੇ ਆਈ ਹੈ ਕਹਿੰਦੇ ਵੀ ਇਹਨਾਂ ਮਰਨਾ ਵੀ ਸਫਲ ਕਰ ਲਿਆ ਏ। ਕਹਿੰਦੇ ਜਿਵੇਂ ਪਤੀ ਵਰਤਾ ਔਰਤ ਆਪਣੇ ਪਤੀ ਨਾਲ ਪਿਆਰ ਦੇ ਵਿੱਚ ਆ ਕੇ ਕਈ ਵਾਰ ਸਤੀ ਹੋ ਜਾਂਦੀ ਹੈ, ਏਦਾਂ ਤਨਕ ਦੇ ਵਿੱਚ ਥੋੜੇ ਜਿੰਨੇ ਸਮੇਂ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣਾ ਜਿਹੜਾ ਸਰੀਰ ਤਿਆਗ ਦਿੱਤਾ, ਸ਼ਹੀਦੀ ਪ੍ਰਾਪਤ ਕਰ ਲਈ। ਵੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਭਾਈ ਸਾਹਿਬ ਪ੍ਰਮਾਣ ਦਿੰਦੇ ਨੇ ਵੀ ਭਾਈ ਮਨੀ ਸਿੰਘ ਸਾਹਿਬ ਜੀ ਕੈਸੀ ਮਰਨੀ ਮਰੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਇਹ ਬਾਣੀ ਦੇ ਦੋ ਅਰਥ ਨੇ, ਇੱਕ ਅੰਤਰੀਵ ਅਰਥ ਤੇ ਇੱਕ ਬਾਹਰੀ ਅਰਥ। ਅੰਤਰੀਵ ਤੌਰ ਦੇ ਉੱਤੇ ਵੀ ਹੰਕਾਰ ਜਿਹੜਾ ਇਹ ਨਹੀਂ ਮਰਦਾ ਸਾਡਾ, ਮੈਂ ਨਹੀਂ ਮਰਦੀ ਸਾਰੀ ਉਮਰ, ਇਸ ਮਰਨ ਦੇ ਵਿੱਚ ਵੀ ਆਨੰਦ ਹੈ, ਪਰ ਨਹੀਂ ਕੋਈ ਮਰਦਾ। ਹਰ ਕੋਈ ਕਹਿੰਦਾ ਮੈਂ ਫਲਾਨਾ, ਮੈਨੂੰ ਜਾਣਦਾ ਨਹੀਂ, ਮੈਨੂੰ ਆ ਫਲਾਨੇ ਲੋਕ ਜਾਣਦੇ, ਮੇਰੀ ਇੱਥੇ ਗੱਲ ਹੈ। ਇੱਕ ਇਹ ਮੈਂ ਨਹੀਂ ਮਰਦੀ, ਤੇ ਇੱਕ ਸਰੀਰ ਕਰਕੇ ਮਰਨ ਨੂੰ ਵੀ ਕੋਈ ਤਿਆਰ ਨਹੀਂ ਹੁੰਦਾ। ਕੌਣ ਮਰਨਾ ਚਾਹੁੰਦਾ? ਕਬੀਰ ਜਿਸ ਮਰਨੇ ਤੇ ਜਗ ਡਰਿਆ, ਜਿਸ ਮੌਤ ਦੇ ਮਰਨ ਤੋਂ ਜਗਤ ਡਰਦਾ ਏ, ਮੇਰੇ ਮਨ ਆਨੰਦ। ਕਹਿੰਦੇ ਮੇਰੇ ਮਨ ਦੇ ਵਿੱਚ ਉਸ ਮੌਤ ਦੇ ਵਾਸਤੇ ਆਨੰਦ ਪੈਦਾ ਹੋ ਗਿਆ ਏ। ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ, ਕਿਉਂਕਿ ਮਰਨ ਦੇ ਨਾਲ ਹੀ ਪੂਰਨ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਮੈਂ ਹਉਮੈ ਹੰਕਾਰ ਤੋਂ ਮਰਦਾ ਏ ਉਹਨੂੰ ਵੀ ਪਰਮੇਸ਼ਰ ਮਿਲ ਜਾਂਦਾ ਏ, ਤੇ ਜਿਹੜਾ ਸਰੀਰ ਕਰਕੇ ਮਰਨ ਦੇ ਲਈ ਸ਼ਹੀਦੀ ਵਾਸਤੇ ਤਿਆਰ ਹੋ ਜਾਂਦਾ, ਉਹ ਵੀ ਵਾਹਿਗੁਰੂ ਦੇ ਵਿੱਚ ਜਾ ਕੇ ਉਹਦਾ ਰੂਪ ਹੀ ਹੋ ਜਾਂਦਾ ਹੈ। ਮਨਸੂਰ ਮਨਸੂਰ ਇਮ ਜਗ ਭਇਓ, ਕੱਟੇ ਹੱਥ ਇੱਕ ਸੱਟ। ਭਾਈ ਰਤਨ ਸਿੰਘ ਜੀ ਇੱਕ ਉਦਾਹਰਨ ਦਿੰਦੇ ਨੇ ਵੀ ਭਾਈ ਮਨੀ ਸਿੰਘ ਦੀ ਸ਼ਹਾਦਤ ਕਿੱਡੀ ਮਹਾਨ ਹੈ। ਕਹਿੰਦੇ ਕਿ ਮਨਸੂਰ ਹੋਇਆ ਏ, ਉਹਨਾਂ ਸਮਿਆਂ ਦੇ ਵਿੱਚ ਮਨਸੂਰ ਦੀ ਬੜੀ ਗੱਲ ਚੱਲਦੀ ਸੀ। ਇਹਦਾ ਕਿੱਸਾ ਸੀ ਵੀ ਮਨਸੂਰ ਨੂੰ ਵੀ ਫੜ ਕੇ ਤੇ ਹਾਕਮਾਂ ਨੇ ਹੁਕਮ ਦਿੱਤਾ ਸੀ ਵੀ ਇਹਦੇ ਦੋਵੇਂ ਹੱਥ ਜਿਹੜੇ ਆ ਉਹ ਕੱਟ ਦਿੱਤੇ ਜਾਣ, ਤੇ ਮਨਸੂਰ ਨੇ ਦੋਵੇਂ ਹੱਥ ਆਪਣੇ ਅੱਗੇ ਜਦੋਂ ਕੀਤੇ ਤੇ ਦੋਵੇਂ ਹੱਥ ਇੱਕੇ ਥਾਂ ਤੇ ਰੱਖ ਕੇ ਤੇ ਇੱਕੇ ਵਾਰ ਦੇ ਨਾਲ ਕਹਿੰਦੇ ਮਨਸੂਰ ਨੇ ਕਟਾਏ ਸਨ। ਮਨੀ ਸਿੰਘ ਬਹੁ ਸੱਟ ਸਹੀ, ਬੰਦ ਬੰਦ ਸਟਾਇਓ ਕੱਪ। ਹੁਣ ਇੱਕ ਵਾਰ ਹੋਵੇ ਕਿਸੇ ਦੇ ਸਰੀਰ ਤੇ ਉਹ ਇੱਕ ਵਾਰ ਜਿਹੜਾ ਸੀ, ਦੂਜਾ ਵਾਰ ਜਿਹੜਾ ਝੱਲਣ ਦੀ ਜੇ ਤਾਕਤ ਹੋਵੇ ਤੇ ਫੇਰ ਪਤਾ ਲੱਗਦਾ ਹਿੰਮਤ ਦਾ। ਇੱਕ ਵਾਰ ਹੋ ਗਿਆ, ਕੀ ਪਤਾ ਲੱਗਾ ਪੀੜਾ ਦਾ? ਕਹਿੰਦੇ ਮਨਸੂਰ ਦੇ ਦੋਵੇਂ ਹੱਥ ਤਾਂ ਇੱਕ ਵਾਰ ਦੇ ਨਾਲ ਵੱਢੇ ਗਏ ਸਨ, ਪਰ ਧੰਨ ਭਾਈ ਮਨੀ ਸਿੰਘ ਸਾਹਿਬ ਜਿਨ੍ਹਾਂ ਨੇ ਆਪ ਇਸ਼ਾਰੇ ਕਰਕੇ ਬਹੁਤੀਆਂ ਸੱਟਾਂ ਝੱਲੀਆਂ ਤੇ ਆਪਣੇ ਪੋਟਿਆਂ ਤੋਂ ਉਂਗਲਾਂ ਤੋਂ ਲੈ ਕੇ 60-70 ਦੇ ਕਰੀਬ ਸਰੀਰ ਦੇ ਅੰਗਾਂ ਦੇ ਉੱਤੇ ਸੱਟਾਂ ਝੱਲੀਆਂ। 70 ਵਾਰ ਭਾਈ ਮਨੀ ਸਿੰਘ ਸਾਹਿਬ ਦੇ ਸਰੀਰ ਦੇ ਉੱਤੇ ਵਾਰ ਕੀਤਾ ਗਿਆ, ਤੇ ਜਿੰਨੀ ਵਾਰਾਂ ਵੀ ਵਾਰ ਕੀਤਾ ਗਿਆ ਬਾਣੀ ਪੜ੍ਹਦੇ ਰਹੇ, ਆਨੰਦ ਦੇ ਵਿੱਚ ਰਹੇ। ਭਾਈ ਮਨੀ ਸਿੰਘ ਸਾਹਿਬ ਜੀ ਨੇ ਅਨੇਕਾਂ ਹੀ ਕਹਿੰਦੇ ਸੱਟਾਂ ਆਪਣੇ ਸਰੀਰ ਤੇ ਸਹਾਰ ਕੇ ਆਪਣੇ ਸਰੀਰ ਦੇ ਟੋਟੇ ਕਰਵਾ ਲਏ। ਤੇ ਫੇਰ ਵੇਖੋ ਵੀ ਜਿਹੜਾ ਮਨਸੂਰ ਹੈ, ਕਹਿੰਦੇ ਉਹਨੂੰ ਜਦੋਂ ਸੂਲੀ ਤੇ ਚਾੜਿਆ ਤੇ ਉਹਨੇ ਆਪਣੀ ਦੇਹ ਬਚਾ ਕੇ ਰੱਖ ਲਈ, ਆਪਣਾ ਸਰੀਰ ਬਚਾ ਲਿਆ। ਪਰ ਉਹ ਦੇਹ ਭਾਈ ਮਨੀ ਸਿੰਘ ਸਾਹਿਬ ਜੀ ਨੇ ਰੱਖੀ ਹੋਈ ਨਹੀਂ, ਆਪਣੀ ਦੇਹ ਦੇ ਟੋਟੇ ਟੋਟੇ ਕਰਾ ਲਏ। ਇਸ ਕਰਕੇ ਭਾਵੇਂ ਜਗ ਮਨਸੂਰ ਦੇ ਸੋਹਲੇ ਗਾਉਂਦਾ, ਕਹਿੰਦੇ ਵੀ ਭਾਈ ਮਨੀ ਸਿੰਘ ਉਹਦੇ ਨਾਲੋਂ ਹਜ਼ਾਰਾਂ ਗੁਣਾ ਅੱਗੇ ਨੇ। ਉਹਨੇ ਇੱਕ ਸੱਟ ਦੇ ਨਾਲ ਆਪਣੇ ਹੱਥ ਵਢਾਏ ਸੀ। ਭਾਈ ਮਨੀ ਸਿੰਘ ਜੀ ਨੇ 60 ਤੋਂ 70 ਵਾਰ ਝੱਲ ਕੇ ਸਰੀਰ ਦੇ ਟੋਟੇ ਕਰਾਏ, ਤੇ ਆਖਰੀ ਸਮੇਂ ਤੀਕਰ ਵੀ ਜ਼ਬਾਨ ਦੇ ਉੱਤੇ ਗੁਰਾਂ ਦੀ ਬਾਣੀ ਦਾ ਜਾਪ ਚੱਲ ਰਿਹਾ ਸੀ। ਇਸ ਤਰ੍ਹਾਂ ਕਹਿੰਦੇ ਭਾਈ ਮਨੀ ਸਿੰਘ ਬਾਣੀ ਪੜ੍ਹ ਰਹੇ ਸੀ, ਜਦੋਂ ਵਾਰ ਕੀਤਾ ਜਲਾਦ ਨੇ ਤੇ ਸੀਸ ਭਾਈ ਮਨੀ ਸਿੰਘ ਜੀ ਦਾ ਧੜ ਦੇ ਨਾਲੋਂ ਕੱਟ ਕੇ ਦੂਰ ਹੋ ਗਿਆ। ਜਿਹੜੀ ਸੰਗਤ ਕੋਲੋਂ ਅਰਦਾਸ ਕਰਾਈ ਸੀ, ਮੇਰੀ ਸਿੱਖੀ ਆਖਰੀ ਸਾਹਾਂ ਤੀਕਰ ਨਿਭ ਜਾਵੇ, ਭਾਈ ਮਨੀ ਸਿੰਘ ਸਾਹਿਬ ਦੀ ਸਿੱਖੀ ਸਾਬਤ ਰਹਿ ਗਈ।
ਭਾਈ ਮਨੀ ਸਿੰਘ ਸਾਹਿਬ ਕਹਿੰਦੇ ਸੂਰਮੇ ਸਿਦਕੀ ਯੋਧਿਆਂ ਦੀ ਤਰ੍ਹਾਂ ਸ਼ਹੀਦੀ ਪਾ ਗਏ। ਹੈ ਕਾਰ ਜਗਤ ਮੈਂ ਭਾਇਓ। ਦੁਨੀਆ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਤੇ ਹਾਹਾਕਾਰ ਮਚ ਗਈ। ਕਈ ਮੁਸਲਮਾਨਾਂ ਚੋਂ ਵੀ, ਕਈ ਹਿੰਦੂਆਂ ਚੋਂ ਵੀ, ਪਿੰਡਾਂ 'ਚ ਰਹਿਣ ਵਾਲੇ ਲੋਕ ਕਹਿਣ ਲੱਗੇ ਉਹ ਭਾਈ ਮਨੀ ਸਿੰਘ ਵਰਗਾ ਸੰਤ, ਐਡਾ ਵੱਡਾ ਮਹਾਂਪੁਰਖ, ਰੱਬ ਦਾ ਪਿਆਰਾ, ਹਰ ਇੱਕ ਨਾਲ ਪਿਆਰ ਕਰਨ ਵਾਲਾ, ਇਹਨਾਂ ਜ਼ਾਲਮਾਂ ਨੇ ਉਹਦੇ ਨਾਲ ਐਸਾ ਸਲੂਕ ਕੀਤਾ। ਕਹਿੰਦੇ ਵੀ ਹੁਣ ਇਹ ਤੁਰਕ ਨਹੀਂ ਬਚਦੇ ਤਾਂ ਲੋਕਾਂ 'ਚ ਹਾਹਾਕਾਰ ਮਚੇ। ਜੈ ਜੈਕਾਰ ਸਿਖਰ ਮਨ ਠਾਏ। ਪਰ ਜਿਹੜੇ ਗੁਰੂ ਕੇ ਸਿੱਖ ਸੀ ਉਹਨਾਂ ਨੇ ਜੈ ਜੈਕਾਰ ਕੀਤੀ ਵੀ ਭਾਈ ਮਨੀ ਸਿੰਘ ਵੇਖੋ ਵੀ ਬੰਦ ਕਟਾ ਗਿਆ, ਪਰ ਹਾਏ ਨਹੀਂ ਆਖੀ ਇੱਕ ਵਾਰ ਵੀ। ਕਹਿੰਦੇ ਵੀ ਸਰੀਰ ਦੇ ਅੰਗ ਦੇ ਕੱਟੇ ਜਾਣ ਦਾ ਦੁੱਖ ਨਹੀਂ ਮੰਨਿਆ, ਜਿਸ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਜੈ ਜੈਕਾਰ ਹੈ ਵੀ ਧੰਨ ਹੈ ਭਾਈ ਮਨੀ ਸਿੰਘ ਸਾਹਿਬ। ਭਾਈ ਮਨੀ ਸਿੰਘ ਦੀ ਅੱਜ ਵੀ ਜੈ ਜੈਕਾਰ ਹੋ ਰਹੀ ਹੈ, ਸਦੀਆਂ ਤੋਂ ਜੈ ਜੈਕਾਰ ਹੋ ਰਹੀ ਹੈ। ਜਿੱਦਣ ਵੀ ਉਹਨਾਂ ਦਾ ਦਿਹਾੜਾ ਆਉਂਦਾ ਉਦਣ ਉਹਨਾਂ ਨੂੰ ਚੇਤੇ ਕਰਦੇ। ਜਿੱਦਣ ਦੀਵਾਲੀ ਦਾ ਜੋੜ ਮੇਲਾ ਹੋਵੇ ਬੜੇ ਵਿਦਵਾਨ ਉਦਣ ਚੇਤਾ ਕਰਦੇ ਵੀ ਇਹ ਦੀਵਾਲੀ ਦਾ ਜੋੜ ਮੇਲਾ ਹੁਣ ਅਸੀਂ ਜਦੋਂ ਮਰਜ਼ੀ ਵੇਖ ਸਕਦੇ ਅੰਮ੍ਰਿਤਸਰ ਜਾ ਕੇ, ਪਰ ਕੋਈ ਸਮਾਂ ਸੀ ਜਦੋਂ ਇਹ ਮੇਲਾ ਲਵਾਉਣ ਦੇ ਵਾਸਤੇ ਵੀ ਸਿੰਘਾਂ ਨੂੰ ਬੰਦ ਕਟਾਉਣੇ ਪਏ। ਸਾਬਤ ਸਿੱਖੀ ਸਿੱਖ ਕੀ ਰਹੀ। ਗੁਰੂ ਕਲਗੀਧਰ ਮਹਾਰਾਜ ਦੇ ਸਿੱਖ ਦੀ ਸਿੱਖੀ ਸਾਬਤ ਰਹਿ ਗਈ। ਜਿਸ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣੇ ਪਰਿਵਾਰ ਦੇ 60 ਤੋਂ 70 ਦੇ ਕਰੀਬ ਸਾਧ ਸੰਗਤ ਜੀ ਸ਼ਹੀਦ ਕਰਾਏ। ਵੇਖੋ ਕੈਸਾ ਸੁਮੇਲ ਹੈ ਵੀ ਜਿੰਨੇ ਹੀ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਜੀ ਸ਼ਹੀਦ ਹੋਏ ਨੇ ਨਾ, ਉਨੇ ਹੀ ਭਾਈ ਮਨੀ ਸਿੰਘ ਦੇ ਸਰੀਰ ਦੇ ਵੀ ਬੰਦ ਕੀਤੇ ਗਏ, ਟੋਟੇ ਕੀਤੇ ਗਏ, ਪਰ ਸਿੱਖ ਜਿਹੜੇ ਆ ਸਿਦਕੋਂ ਨਹੀਂ ਹਾਰੇ। ਸ਼ਰਾਬ ਸਿਖਰ ਕੋ ਤੋ ਭਾਇਓ ਸਹੀ। ਆ ਜਿਹੜਾ ਸਿੱਖਾਂ ਨੇ ਕਿਹਾ ਸੀ ਵੀ ਬੰਦ ਵੀ ਕੱਟਿਆ ਜਾਣਾ ਹੈ, ਤੇ ਨਾਲ ਬੇਨਤੀ ਵੀ ਕੀਤੀ ਸੀ ਭਾਈ ਮਨੀ ਸਿੰਘ ਦਾ ਆਖਰੀ ਸਾਹਾਂ ਤੀਕਰ ਸਿਦਕ ਕਾਇਮ ਰਹੇ ਮਹਾਰਾਜ। ਭਾਇਓ ਸ਼ਹੀਦਨ ਮੈਂ ਸਰਦਾਰ। ਇਹ ਤਾਂ ਭਾਈ ਮਨੀ ਸਿੰਘ ਕਹਿੰਦੇ ਸ਼ਹੀਦ ਹੋਏ, ਤੇ ਜਿੰਨੇ ਵੀ ਪੰਥ ਦੇ ਸ਼ਹੀਦ ਉਹਨਾਂ ਦੇ ਵਿੱਚ ਸਰਦਾਰ ਕਹਾਏ। ਸਾਰਿਆਂ ਸ਼ਹੀਦਾਂ ਦੇ ਸਰਦਾਰ ਮੁਖੀ ਅਖਵਾਏ। ਸਾਹਿਬ ਜ਼ਾਦਨ ਢਿਗ ਡਿਉੜੀ ਜਾ। ਜਿੱਥੇ ਗੁਰੂ ਕਲਗੀਧਰ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਸੱਚਖੰਡ ਦੇ ਵਿੱਚ ਰਹਿੰਦੇ ਨੇ, ਕਹਿੰਦੇ ਭਾਈ ਮਨੀ ਸਿੰਘ ਨੂੰ ਉਹਨਾਂ ਦੇ ਡਿਉੜੀਦਾਰ ਉਹਨਾਂ ਦੀ ਸੇਵਾ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਥਾਂ ਮਿਲੇ। ਮਨੀ ਸਿੰਘ ਜੋ ਸਾਤੋਂ ਕੀ। ਇਹ ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਹੜਾ ਸ਼ਹੀਦੀ ਸਾਕਾ ਕੀਤਾ ਏ। 1794 ਬਿਕਰਮੀ ਸੰਮਤ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਸ਼ਹੀਦ ਹੋਏ। ਕਈ 1791 ਕਹਿੰਦੇ ਆ, 3 ਸਾਲਾਂ ਦਾ ਫਰਕ ਹੈ, ਬਾਕੀ ਸਾਰਾ ਇਤਿਹਾਸ ਉਸੇ ਤਰ੍ਹਾਂ ਹੀ ਹੈ। ਰਤਨ ਸਿੰਘ ਸੁਨ ਸਾਖੀ। ਭਾਈ ਰਤਨ ਸਿੰਘ ਜੀ ਕਹਿੰਦੇ ਭਾਈ ਮਨੀ ਸਿੰਘ ਦੀ ਇਹ ਸ਼ਹੀਦੀ ਦੀ ਜਿਹੜੀ ਸਾਖੀ ਹੈ, ਇਹ ਮੈਂ ਆਪਣੇ ਵੱਡਿਆਂ ਬਜ਼ੁਰਗਾਂ ਦੇ ਕੋਲੋਂ ਸੁਣ ਕੇ ਜਿੱਦਾਂ ਉਹਨਾਂ ਦੱਸਿਆ ਉਸੇ ਤਰ੍ਹਾਂ ਲਿਖੀ ਹੈ। ਹਮਾਰੇ ਕਹੀ ਸੀ ਲਿਖੀ। ਮੇਰੇ ਪਿਤਾ ਰਾਏ ਜੀ ਨੇ, ਕਿਉਂਕਿ ਰਾਏ ਸਿੰਘ ਉਹ ਫੇਰ ਉਹਨਾਂ ਦੇ ਸਹੁਰਾ ਮੇਰੇ ਨਾਨਾ ਜੋ ਸ਼ਾਮ ਸਿੰਘ ਨਾਰੋਵਾਲ ਵਾਲੇ, ਮੇਰੀ ਮਾਤਾ, ਜਿਨ੍ਹਾਂ ਗੁਰ ਸਿੱਖਾਂ ਨੇ ਅੱਖੀਂ ਵੇਖਿਆ ਸੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸ਼ਹੀਦ ਹੁੰਦਿਆਂ, ਉਹਨਾਂ ਨੇ ਕਹਿੰਦੇ ਸਾਡੇ ਬਜ਼ੁਰਗਾਂ ਨੂੰ ਦੱਸੀ, ਤੇ ਸਾਡੇ ਬਜ਼ੁਰਗਾਂ ਨੇ ਸਾਖੀ ਮੈਨੂੰ ਦੱਸੇ। ਉਸ ਵਕਤ ਕੇ ਭਟ ਕੋ ਵਾਕ ਕਬੀਰ ਸਿੱਖਨ ਮੈਂ ਸਿੱਖ ਉੱਚੋ, ਭਗਤਨ ਮੈਂ ਭਗਤ ਉੱਚੋ। ਭਾਈ ਮਨੀ ਸਿੰਘ ਸਾਹਿਬ ਜੀ ਦੀ ਮਹਿਮਾ ਕਰਦੇ ਨੇ ਵੀ ਭਾਈ ਮਨੀ ਸਿੰਘ ਕੈਸਾ ਪੰਥ ਦਾ ਹੀਰਾ ਹੋਇਆ। ਕਹਿੰਦੇ ਸਿੱਖਾਂ ਦੇ ਵਿੱਚੋਂ ਸਭ ਤੋਂ ਉੱਚੇ ਸਿੱਖ ਸਨ। ਜੇ ਸਿੱਖਾਂ ਦੀ ਗੱਲ ਕਰੀਏ ਤੇ ਭਾਈ ਮਨੀ ਸਿੰਘ ਸਾਹਿਬ 93 ਸਾਲ ਦੀ ਉਮਰ, 13 ਸਾਲ ਦੇ ਸੀ ਜਦੋਂ ਗੁਰੂ ਘਰ ਵਿੱਚ ਆਏ। 4 ਗੁਰੂ ਸਾਹਿਬਾਨਾਂ ਦੀ ਸੇਵਾ ਕਮਾਈ। ਲਗਭਗ ਸਾਧ ਸੰਗਤ ਜੀ ਭਾਈ ਮਨੀ ਸਿੰਘ ਸਾਹਿਬ ਨੇ 77 ਵਰੇ ਸੇਵਾ ਕੀਤੀ ਪੰਥ ਦੀ, ਤੇ ਆਖਰੀ ਸਮੇਂ ਵੀ ਬੰਦ ਕਟਾਇਆ। ਇਸ ਕਰਕੇ ਸਿੱਖਾਂ ਦੇ ਵਿੱਚੋਂ ਕਹਿੰਦੇ ਵੱਡੇ ਸਿੱਖ ਤੇ ਭਗਤਾਂ ਦੇ ਵਿੱਚੋਂ ਤਗੜੇ ਭਗਤ ਸਨ। ਰਾਤ ਦਿਨ ਬਾਣੀ ਦੇ ਨਾਮ ਦੇ ਰਸ ਦੇ ਵਿੱਚ ਰੰਗੇ ਰਹਿੰਦੇ। ਇਤੋਂ ਵੱਡ ਹੋਰ ਭਗਤੀ ਕੀ ਹੋ ਸਕਦੀ ਹੈ ਵੀ ਸਰੀਰ ਦੇ ਟੋਟੇ ਕੀਤੇ ਜਾ ਰਹੇ ਆ ਤੇ ਉਹ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਨ। ਗੱਲ ਕੀ ਹੈ ਵੀ ਭਾਈ ਮਨੀ ਸਿੰਘ ਜੀ ਸਿੱਖੀ ਦੀ ਨਿਆਈ ਹਨ। ਨਿਆਈ ਕਹਿੰਦੇ ਆ ਵੀ ਸਿੱਖੀ ਦੀ ਤੁਲ ਨੇ, ਜਾਂ ਕਹਿ ਲੋ ਵੀ ਸਿੱਖੀ ਦੀ ਹੱਦ ਭਾਈ ਮਨੀ ਸਿੰਘ ਸਾਹਿਬ ਹਨ।
ਜਗਤ ਮੈਂ ਜਕਾਰ ਪਇਓ ਧਰਮ ਅਰਥ ਦੇਹ ਦਇ। ਸਾਰੇ ਜਗਤ ਦੇ ਵਿੱਚ ਭਾਈ ਮਨੀ ਸਿੰਘ ਜੀ ਤੁਸੀਂ ਧਨ ਹੋ, ਜੈ ਜੈਕਾਰ ਹੋ ਗਈ ਵੀ ਵੇਖੋ ਧਰਮ ਦੇ ਵਾਸਤੇ ਆਪਣਾ ਸਰੀਰ ਦੇ ਦਿੱਤਾ। ਇਹ ਜਲਾਦ ਨੇ, ਇਹ ਹਾਕਮ ਨੇ ਪੁੱਛਿਆ ਸੀ ਵੀ ਤੁਸੀਂ ਮੁਸਲਮਾਨ ਬਣ ਜਾਓ ਅਸੀਂ ਤੁਹਾਨੂੰ ਛੱਡ ਦੇਵਾਂਗੇ, ਪਰ ਭਾਈ ਮਨੀ ਸਿੰਘ ਜੀ ਨੇ ਆਪਣੇ ਧਰਮ ਨੂੰ, ਸਿੱਖੀ ਕੇਸਾਂ ਨੂੰ, ਸਿਦਕ ਨੂੰ ਸਵਾਸਾਂ ਦੇ ਨਾਲ ਨਿਭਾਉਂਦਿਆਂ ਹੋਇਆਂ ਬੰਦ ਕਟਾ ਕੇ ਸ਼ਹੀਦੀਆਂ ਦੇ ਦਿੱਤੀਆਂ। ਕਹਿੰਦੇ ਫਿਰ ਸਿਦਕ ਦੇ ਨਾਲ ਅੜੋਲ ਰਹਿ ਕੇ ਆਪਣਾ ਬੰਦ ਕਟਾਇਆ ਤੇ ਆਪਣੇ ਦਿਲ ਦੇ ਵਿੱਚ ਥੋੜਾ ਜਿੰਨਾ ਵੀ ਡਰ ਨਹੀਂ ਮੰਨਿਆ, ਡਰੇ ਨਹੀਂ। ਸਰੀਰ ਚੋਂ ਲਹੂ ਵੀ ਨਿਕਲਦਾ ਹੋਏਗਾ, ਆਪਣੇ ਕੱਟੇ ਹੋਏ ਸਰੀਰ ਦੇ ਅੰਗ ਵੀ ਅੱਖਾਂ ਨਾਲ ਵੇਖੇ ਹੋਣਗੇ, ਪਰ ਭਾਈ ਮਨੀ ਸਿੰਘ ਜੀ ਵੇਖ ਕੇ ਵੀ ਡੋਲੇ ਦੇ ਡਰੇ ਨਾ। ਜਿਹੜੇ ਸਿੱਖ ਸੀ ਉਹ ਭਾਈ ਮਨੀ ਸਿੰਘ ਦੀ ਸ਼ਹਾਦਤ ਵੇਖ ਕੇ ਬੜੇ ਪ੍ਰਸੰਨ ਹੋਏ ਵੀ ਭਾਈ ਮਨੀ ਸਿੰਘ ਨੇ ਸਿੱਖੀ ਰੱਖ ਵਿਖਾਈ ਹੈ, ਹੁਣ ਇਹਨਾਂ ਵੱਲ ਵੇਖ ਕੇ ਸਾਨੂੰ ਵੀ ਸਿਦਕ ਆਵੇਗਾ, ਭਰੋਸਾ ਆਵੇਗਾ। ਤੇ ਜਿਹੜੇ ਦੁਸ਼ਟ ਸੀ ਉਹ ਭ੍ਰਿਸ਼ਟ ਹੋ ਗਏ। ਕਹਿੰਦੇ ਵੀ ਜਿਹੜੇ ਮੁਗਲ ਸੀ ਉਹਨਾਂ ਦਾ ਰਾਜ ਖਤਮ ਹੋਣ ਵੱਲ ਆ ਗਿਆ। ਭਾਈ ਮਨੀ ਸਿੰਘ ਸਾਹਿਬ ਜੀ ਨੇ ਗਿਆਨ ਰੂਪੀ ਕਿਰਪਾਨ ਦੇ ਨਾਲ ਹੀ ਕਹਿੰਦੇ ਤੁਰਕਾਂ ਨੂੰ ਮਾਰ ਸੁੱਟਿਆ। ਕਹਿੰਦੇ ਸਿੱਖ ਤਾਂ ਆਪਾਂ ਸਾਰੇ ਕਹਾਉਂਦੇ ਆ ਵੀ ਅਸੀਂ ਸਿੱਖ ਆ, ਕਹਿੰਦੇ ਵੇਖ ਲੋ ਜਿਹਨੇ ਗੁਰਸਿੱਖ ਕਹਾਉਣਾ ਜੇ ਭਾਈ ਮਨੀ ਸਿੰਘ ਵਰਗੀ ਕਰਨੀ ਕਮਾਉਣੀ ਪੈਂਦੀ ਹੈ। ਜਿਵੇਂ ਭਾਈ ਮਨੀ ਸਿੰਘ ਨੇ ਕਮਾਈ ਕੀਤੀ ਹੈ, ਇਦਾਂ ਦੀ ਕਮਾਈ ਕਰਨ ਲਈ ਤਿਆਰ ਰਹੇ, ਉਹ ਗੁਰੂ ਦਾ ਪਿਆਰਾ ਸਿੱਖ ਹੈ। ਮਨੀ ਸਿੰਘ ਤੁਲ ਭਾਇਓ ਕੋ ਰਾਣਾ ਹੋਣਾ ਰੰਗ। ਭਾਈ ਮਨੀ ਸਿੰਘ ਸਾਹਿਬ ਜੀ ਦੇ ਕਹਿੰਦੇ ਬਰਾਬਰ ਨਾ ਕੋਈ ਰਾਜਾ ਤੇ ਨਾ ਕੋਈ ਕੰਗਾਲ ਹੋਇਆ। ਭਾਵੇਂ ਆ ਵੀ ਨਿਮਰਤਾ ਦੇ ਵਿੱਚ ਇੰਨੇ ਗਰੀਬ ਆ ਵੀ ਸੰਗਤ ਦਾ ਵੀ ਹੁਕਮ ਮੰਨ ਕੇ ਬੰਦ ਕਟਾ ਲਿਆ। ਤੇ ਕਹਿੰਦੇ ਨਾਮ ਬਾਣੀ ਦੇ ਵਿੱਚ, ਸਿੱਖੀ ਸਿਦਕ ਵਿੱਚ ਇੰਨੇ ਅਮੀਰ ਐਡੇ ਰਾਜੇ ਕਿ ਕਹਿ ਕੇ ਆਪਣੇ ਸਰੀਰ ਦੇ ਟੋਟੇ ਕਰਾ ਲਏ ਪਰ ਡੋਲੇ ਨਾ। ਮਨੀ ਸਿੰਘ ਮਨ ਮੰਡਿਓ ਸਿੱਖਨ ਸ਼ਾਪ ਪਛਾਣ। ਇਹਦਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਹਿੰਦੇ ਮਰਨਾ ਮੰਡ ਲਿਆ ਸੀ ਵੀ ਮੈਂ ਸ਼ਹੀਦ ਹੋਵਾਂਗਾ। ਬਜਾਏ ਨਿਸ਼ਾਨ ਤੇ ਨਖਾਸ ਚੌਂਕ ਲਾਹੌਰ ਸ਼ਹਿਰ ਦਾ ਜਿੱਥੇ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ, ਕਹਿੰਦੇ ਭਾਈ ਮਨੀ ਸਿੰਘ ਆਪਣੀ ਜਿੱਤ ਦਾ ਨਗਾਰਾ ਵਜਾ ਕੇ ਸੱਚਖੰਡ ਨੂੰ ਗਏ ਹੈ। ਜਿਹੜਾ ਸ਼ਹੀਦ ਹੋ ਜਾਣਾ, ਬੰਦ ਕਟਾਉਣੇ ਤੇ ਹਾਏ ਵੀ ਨਾ ਕਹਿਣੀ ਤੇ ਤੁਰਕਾਂ ਦੀ ਪਰਵਾਹ ਨਾ ਕਰਨੀ, ਇਹ ਨਗਾਰਾ ਹੀ ਹੈ ਜਿੱਤ ਦਾ। ਕਹਿੰਦੇ ਸ਼ਹੀਦ ਸਿੰਘ ਲੈਣ ਆਏ, ਨਗਾਰੇ ਵਜਾਉਂਦੇ ਹੋਇਆਂ ਲਾਹੌਰ ਤੋਂ ਭਾਈ ਮਨੀ ਸਿੰਘ ਜੀ ਸੱਚਖੰਡ ਨੂੰ ਚਲੇ ਗਏ। ਮਨੀ ਸਿੰਘ ਕੇ ਸਾਥ ਜੋ ਫੜੇ ਸਿੰਘ ਥੇ ਔਰ ਭਾਈ ਮਨੀ ਸਿੰਘ ਜੀ ਸ਼ਹੀਦ ਹੋ ਗਏ ਤੇ ਜਿਹੜੇ ਇਹਨਾਂ ਦੇ ਨਾਲ ਸਿੰਘ ਹੋਰ ਫੜ ਕੇ ਲਿਆਂਦੇ ਸੀ, ਜਿਵੇਂ ਇਹਨਾਂ ਦਾ ਇੱਕ ਪੁੱਤਰ ਉਹਦੀ ਉਮਰ ਵੀ 65 ਸਾਲ ਸੀ, ਭਾਈ ਚਿੱਤਰ ਸਿੰਘ, ਤੇ ਜਾਂ ਜਿਵੇਂ ਹੋਰ ਜੋ ਸਾਧ ਸੰਗਤ ਗੁਲਜ਼ਾਰਾ ਸਿੰਘ ਵਰਗੇ ਕੋਈ ਗੁਰਸਿੱਖ ਲਿਆਂਦੇ ਸੀ ਫੜ ਕੇ। ਮਾਰੇ ਚਰਖ ਚੜਾਏ ਕੈ ਚੌਕ ਨਿਕਾਸ ਲਾਹੌਰ ਦੇ ਨਿਕਾਸ ਚੌਂਕ ਦੇ ਵਿੱਚ ਕਈਆਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ। ਭਾਈ ਗੁਲਜ਼ਾਰਾ ਸਿੰਘ ਜੀ ਦੀ ਖੱਲ ਪੁੱਠੀ ਉਤਾਰ ਦਿੱਤੀ ਗਈ, ਕਿਸੇ ਨੂੰ ਕਿਸੇ ਢੰਗ ਦੇ ਨਾਲ, ਕਿਸੇ ਨੂੰ ਕਿਸੇ ਢੰਗ ਦੇ ਨਾਲ ਸ਼ਹੀਦ ਕੀਤਾ। ਤੇ ਸਾਰਿਆਂ ਨੇ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਕਬੀਰ ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਐਸੀ ਭਾਵਨਾ ਨੂੰ ਕਮਾਉਂਦਿਆਂ ਹੋਇਆਂ ਲਾਹੌਰ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਨੇ। ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹੀਦੀ ਦੇ ਨਾਲ ਜਿਵੇਂ ਸ਼ਹੀਦੀਆਂ ਦਾ ਦੌਰ ਚੱਲਿਆ, ਅਨੇਕਾਂ ਹੀ ਹਜ਼ਾਰਾਂ ਹੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਤੇ ਜਿਵੇਂ ਨਾਦਰ ਦੇ ਆਉਣ ਦੇ ਨਾਲ ਫਿਰ ਸਿੰਘਾਂ ਦੀਆਂ ਸ਼ਹੀਦੀਆਂ ਤੇ ਕੁਝ ਠੱਲ ਲੱਗ ਪਈ। ਇਹ ਕਥਾ ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ। ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਦੀ ਕਥਾ ਕਹਿੰਦਿਆਂ ਵਿਚਾਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਸਾਹਿਬ ਤੇ ਮਹਾਰਾਜ ਜੀ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਮਨੀ ਸਿੰਘ ਕੇ ਸਾਥ ਜੋ ਬੜੇ ਸਿੰਘ ਥੇ ਔਰ ਮਾਰੇ ਚਰਖ ਚੜਾਏ ਕੈ ਚੌਂਕ ਨਿਕਾਸ ਲਾਹੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਉਹਦਾ ਜਨਕਾਰਾ ਬੁਲਾਵੇ ਨਿਆਲਾ
ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆ